ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਅਸੀਂ ਅਭਿਆਸ ਸਾਰੇ ਕਰ ਰਹੇ ਸੀ ਰਲ ਕੇ। ਪਹਿਲਾਂ ਸਾਸ ਗ੍ਰਾਸ ਸਿਮਰਨ, ਫਿਰ ਸਾਸ ਸਿਮਰਨ। ਅਭਿਆਸ ਜਿਹੜਾ ਆ ਬੋਲ ਕੇ ਅਸੀਂ ਕਰਦੇ ਹਾਂ, ਉੱਚੀ ਦੇਣੀ, ਇਹਨੂੰ ਕਹਿੰਦੇ ਬੈਖਰੀ ਬਾਣੀ। ਜਿਉਂ ਜਿਉਂ ਅਸੀਂ ਮੱਧਮ ਆਵਾਜ਼ ਵਿੱਚ ਆ ਜਾਂਦੇ ਹਾਂ, ਕੰਠ ਤੱਕ ਸੀਮਿਤ ਰਹਿੰਦੇ ਹਾਂ, ਕਿ ਸਾਨੂੰ ਪਤਾ ਲੱਗਦਾ ਕਿ ਅਸੀਂ ਅਭਿਆਸ ਕਰ ਰਹੇ ਹਾਂ, ਭਾਵੇਂ ਬਾਹਰਲੇ ਨੂੰ ਨਾ ਪਤਾ ਲੱਗੇ। ਉਹਨੂੰ ਮੱਧਮਾ ਬਾਣੀ ਕਹਿ ਦਿੱਤਾ ਆ। ਉਸ ਉਪਰੰਤ ਹੈ ਬਸੰਤੀ ਬਾਣੀ, ਜਿੱਥੇ ਸਿਰਫ ਸੁਰਤੀ ਦੁਆਰਾ ਅਸੀਂ ਗੁਰਮੰਤਰ ਦਾ ਅਭਿਆਸ ਕਰ ਰਹੇ ਹਾਂ। ਇਹਨੂੰ ਕਹਿੰਦੇ ਪੁਕਾਰ ਕਰਨੀ ਪ੍ਰਮਾਤਮਾ ਨੂੰ। ਅਤੇ ਪੁਕਾਰ ਉਨਾ ਚਿਰ ਕੀਤੀ ਜਾਂਦੀ ਹੈ ਜਿੰਨਾ ਚਿਰ ਤੱਕ ਮਿਲਾਪ ਨਾ ਹੋ ਜਾਏ, ਜਿੰਨਾ ਚਿਰ ਤੱਕ ਉਸ ਮਾਲਕ ਦੀ ਮੂਹਰਿਓਂ ਆਵਾਜ਼ ਨਾ ਸੁਣੇ। ਗੁਰੂ ਸਾਹਿਬ ਨੇ ਸਮਝਾ ਦਿੱਤਾ ਕਿ ਇੱਕ ਪਾਸੇ ਇੱਕ ਕੁੱਤੇ ਦੀ ਉਦਾਹਰਨ ਦਿੱਤੀ ਹੋਈ ਹੈ ਕਿ ਜਦੋਂ ਉਹ ਕੁਛ ਚਾਹੁੰਦਾ ਹੈ, ਉਹ ਆਪਣੇ ਮਾਲਕ ਦੇ ਬੂਹੇ ਦੇ ਅੱਗੇ ਆਵਾਜ਼ ਦਿੰਦਾ ਹੈ, ਜਿਹਨੂੰ ਮਹਾਰਾਜ ਕਹਿੰਦੇ ਆ, ਹਮ ਕੂਕਰ ਤੇਰੇ ਦਰਬਾਰ ਭੌਂਕੇ ਆਗੇ ਬਦਨ ਪਸਾਰ। ਅਤੇ ਭਗਤ ਕਬੀਰ ਜੀ ਸਾਨੂੰ ਨਾਲ ਗੁਰਬਾਣੀ 'ਚ ਸਮਝਾਉਂਦੇ ਆ ਕਿ ਕੇਸੋ ਕੇਸੋ ਕੂਕੀਏ ਨਾ ਸੋਈਐ ਆਸਾਰ, ਰਾਤ ਦਿਵਸ ਕੇ ਕੂਕਨੇ ਕਬੂ ਕੇ ਸੁਨੇ ਪੁਕਾਰ। ਕਿ ਅਸੀਂ ਇੱਥੇ ਮਾਇਆ ਦੀ ਨੀਂਦ ਦੇ ਵਿੱਚ ਨਾ ਸੋਈਏ, ਤ੍ਰੈ ਗੁਣਾਂ ਦੇ ਵਿੱਚ, ਵਿਚਾਰਾਂ ਦੇ ਵਿੱਚ, ਫੁਰਨਿਆਂ ਦੇ ਵਿੱਚ। ਰਾਤ ਦਿਨ ਉਹਨੂੰ ਆਵਾਜ਼ ਦੇਈਏ ਮਾਲਕ ਨੂੰ, ਅਤੇ ਕਿਤੇ ਨਾ ਕਿਤੇ ਉਹਨੇ ਜ਼ਰੂਰ ਸਾਡੀ ਪੁਕਾਰ ਸੁਣਨੀ ਹੈ। ਉਹ ਪੁਕਾਰ ਉਨਾ ਚਿਰ ਅਸੀਂ ਕਰਨੀ ਹੈ ਜਿੰਨਾ ਚਿਰ ਤੱਕ ਉਹ ਮਾਲਕ ਸਾਨੂੰ ਆਪਣੀ ਆਵਾਜ਼ ਨਹੀਂ ਸੁਣਾਉਂਦਾ, ਸਾਨੂੰ ਉਹਦੀ ਆਵਾਜ਼ ਨਾ ਸੁਣਨ ਲੱਗ ਪਏ। ਅਸਲ ਵਿੱਚ ਤਾਂ ਮਾਲਕ ਹਰ ਵਕਤ ਆਪ ਬੋਲ ਰਿਹਾ ਆ। ਤਾਂ ਮਹਾਰਾਜ ਨੇ ਜਾਪ ਸਾਹਿਬ ਦੇ ਵਿੱਚ ਪਰਮਾਤਮਾ ਬਾਰੇ ਕਿਹਾ ਆ ਕਿ ਉਹ ਆਮੋਨੀ ਆ। ਐੜਾ ਮੋਹਰੇ ਲਾ ਕੇ ਕਹਿ ਦਿੱਤਾ ਆਮੋਨੀ, ਕਿ ਉਹਨਾਂ ਨੇ ਮੌਨ ਨਹੀਂ ਧਾਰਨ ਕੀਤਾ ਹੋਇਆ, ਹਰ ਵਕਤ ਉਹ ਬੋਲ ਰਿਹਾ। ਅਤੇ ਜਦੋਂ ਅਸੀਂ ਉਸ ਮਾਲਕ ਦੀ ਆਵਾਜ਼ ਅੰਤਰਗਤ ਸੁਣਨ ਲੱਗ ਪੈਂਦੇ ਹਾਂ, ਅਤੇ ਫਿਰ ਅਸੀਂ ਉਸ ਆਵਾਜ਼ ਨੂੰ ਪਕੜ ਕੇ ਉਹਦਾ ਪਿੱਛਾ ਕਰਕੇ ਅਸੀਂ ਮਾਲਕ ਦੇ ਸਨਮੁਖ ਹੋਣਾ। ਉਸ ਆਵਾਜ਼ ਵਿੱਚ, ਸ਼ਬਦ ਵਿੱਚ, ਨਾਮ ਜਿਸ ਨੂੰ ਕਿਹਾ ਹੋਇਆ ਆ, ਉਸ ਦੇ ਵਿੱਚ ਸਮਾਉਣਾ ਹੁੰਦਾ। ਅਤੇ ਉੱਚੀ ਦੇਣੀ ਅਸੀਂ ਪੁਕਾਰ ਉਨਾ ਚਿਰ ਕਰਦੇ ਹਾਂ ਜਿੰਨਾ ਚਿਰ ਸਾਡੇ ਜੋ ਫੁਰਨੇ ਆ, ਵਿਚਾਰ ਆ, ਇਹ ਰੁਕਦੇ ਨਹੀਂ। ਕਾਮ ਕ੍ਰੋਧ ਲੋਭ ਹੰਕਾਰ ਦੇ ਅਸੀਂ ਵਸ ਆ ਚੁੱਕੇ ਹਾਂ, ਉਹ ਸਾਨੂੰ ਵਿਕਾਰਾਂ ਦੇ ਰੂਪ ਦੇ ਵਿੱਚ ਅੰਦਰੋਂ ਫੁਰਨੇ ਦੇ ਰਹੇ, ਜਿਹਨੂੰ ਮਹਾਰਾਜ ਕਹਿੰਦੇ ਆ, ਪੰਚ ਦੂਤ ਚਿਤਵੇ ਵਿਕਾਰਾ, ਮਾਇਆ ਮੋਹ ਕਹੇ ਪਸਾਰਾ। ਸਾਡੀ ਗਲਤੀ ਹੈ ਕਿ ਅਸੀਂ ਮਾਇਆ ਦੇ ਨਾਲ ਮੋਹ ਪਾ ਲਿਆ। ਇਹ ਪੰਜ ਚੋਰ ਜਿਹੜੇ ਆ ਇੱਥੇ ਦੇ ਸਰਦਾਰ ਨੇ, ਕਾਲ ਲਈ ਕੰਮ ਕਰਦੇ ਆ, ਸ਼ੈਤਾਨ ਲਈ। ਅਤੇ ਇਹਨਾਂ ਨੇ, ਇਹ ਪੰਜ ਜਰਨੈਲ ਜਿਹੜੇ ਆ, ਪੰਜ ਦੂਤ ਜਿਹੜੇ ਆ, ਇਹਨਾਂ ਨੇ ਸਾਡੇ ਮਨ ਨੂੰ ਘੇਰ ਲਿਆ ਅਤੇ ਇੱਥੇ ਮਾਇਆ ਦੀ ਨੀਂਦ ਦੇ ਸੁਲਾ ਦਿੱਤਾ, ਅਤੇ ਵਿਚਾਰ ਸਾਨੂੰ ਦੇਈ ਜਾਂਦੇ ਆ ਅੰਤਰਗਤ ਵਿਕਾਰਾਂ ਦੇ ਰੂਪ ਦੇ ਵਿੱਚ। ਅਤੇ ਜਦੋਂ ਅਸੀਂ ਅਭਿਆਸ ਕਰਦੇ ਹਾਂ ਗੁਰਮੰਤਰ ਦਾ, ਸਾਡੇ ਜਿਹੜੇ ਵਿਚਾਰ ਆ ਉਹ ਖਤਮ ਹੁੰਦੇ ਜਾਂਦੇ। ਜਿਹਨੂੰ ਮਹਾਰਾਜ ਕਹਿੰਦੇ ਆ, ਵਿਚਾਰ ਮਾਰੇ ਤਰੇ ਤਾਰੇ, ਉਲਟ ਜੋ ਨਾ ਆਵੇ। ਫਿਰ ਮਹਾਰਾਜ ਨੇ ਦੱਸਿਆ ਹੋਇਆ ਕਿ ਜਦੋਂ ਅਸੀਂ ਪ੍ਰਮਾਤਮਾ ਦੀ ਆਵਾਜ਼ ਸੁਣਨੀ ਆ, ਉਸ ਵੇਲੇ ਅਸੀਂ ਉਸ ਮਾਲਕ ਦੀ ਆਵਾਜ਼ ਨੂੰ ਸੁਣਦੇ ਸੁਣਦੇ ਕੋਸ਼ਿਸ਼ ਕਰਨੀ ਹੈ ਕਿ ਸਾਡਾ ਜਿਹੜਾ ਮਨ ਆ ਉਸ ਦੇ ਵਿੱਚ ਸਮਾ ਜਾਏ। ਮਹਾਰਾਜ ਦੱਸਦੇ ਨੇ ਗੁਰਬਾਣੀ ਵਿੱਚ, ਹਰ ਜਨ ਹਰ ਹਰ ਨਾਮ ਸਮਾਣੀ, ਦੁੱਖ ਜਨਮ ਮਰਨ ਭਵ ਖੰਡਾ ਹੈ, ਅਬਿਨਾਸੀ ਪੁਰਖ ਪਾਇਆ ਪਰਮੇਸ਼ਰ ਬਹੁ ਸੋਭ ਖੰਡ ਬ੍ਰਹਿਮੰਡਾ ਹੈ। ਕਈ ਵਾਰੀ ਕੀ ਹੁੰਦਾ ਹੈ ਕਿ ਪ੍ਰੈਕਟੀਕਲ ਤੌਰ 'ਤੇ ਕਈ ਗੁਰਮੁਖਾਂ ਨੂੰ ਅਨਹਦ ਸ਼ਬਦ ਸੁਣਦੇ ਆ, ਉੱਧਰੋਂ ਵਿਚਾਰ ਵੀ ਆਈ ਜਾਂਦੇ ਆ, ਅੰਤਰਗਤ ਸ਼ਬਦ ਵੀ ਸੁਣੀ ਜਾਂਦੇ ਆ। ਅਤੇ ਮਹਾਰਾਜ ਨੇ ਫਿਰ ਸਾਨੂੰ ਸਮਝਾ ਦਿੱਤਾ ਕਿ ਜੇ ਐਸਾ ਹੈ, ਫਿਰ ਥੋੜ੍ਹਾ ਥੋੜ੍ਹਾ ਆਪਣੇ ਮੁਖ ਦੁਆਰਾ ਗੁਰਮੰਤਰ ਦਾ ਅਭਿਆਸ ਕਰੀ ਜਾਓ, ਪ੍ਰਭੂ ਦਾ ਨਾਮ ਰਸਨਾ ਦੁਆਰਾ ਜਪੀ ਜਾਓ, ਅਤੇ ਜ਼ਿਆਦਾ ਧਿਆਨ ਉਸ ਨਾਮ ਦੇ ਵਿੱਚ ਲਾਉਣਾ ਜਿਹੜਾ ਸ਼ਬਦ ਪ੍ਰਮਾਤਮਾ ਆਪ ਬੋਲ ਰਿਹਾ ਆ, ਜਿਹਨੂੰ ਅਨਹਦ ਸ਼ਬਦ ਕਹਿ ਦਿੱਤਾ। ਉੱਥੇ ਮਹਾਰਾਜ ਫਿਰ ਸਾਨੂੰ ਦੱਸਦੇ ਆ ਵਿਧੀ, ਕਹਿੰਦੇ ਨਾਮ ਨਿਰੰਜਨ ਨੀਰ ਨਾਰਾਇਣ, ਰਸਨਾ ਸਿਮਰਤ ਪਾਪ ਬਲਾਇਨ। ਕਿ ਨਾਮ ਦੇ ਵਿੱਚ ਸੁਰਤੀ ਲਾ ਲਏ, ਨਾਮ ਨਿਰੰਜਨ, ਨੀਰ ਨਾਰਾਇਣ, ਉਹਦੇ ਵਿੱਚੋਂ ਸਾਨੂੰ ਰਸ ਮਿਲਦਾ ਆ, ਨੀਰ ਮਿਲਦਾ ਆ, ਅੰਮ੍ਰਿਤ ਰਸ, ਬ੍ਰਹਮ ਰਸ ਜਿਸ ਨੂੰ ਕਿਹਾ ਹੋਇਆ, ਹਰ ਰਸ ਕਿਹਾ ਹੋਇਆ, ਜੋ ਸਾਡੀ ਅਸਲੀ ਮਨ ਦੀ ਖੁਰਾਕ ਹੈ।
ਜਿਹਨੂੰ ਮਹਾਰਾਜ ਫਰਮਾਉਂਦੇ ਨੇ, ਮਨ ਕਾ ਤੋਸਾ ਹਰ ਨਾਮ ਹੈ, ਹਿਰਦੈ ਰੱਖੋ ਸਮਾਲ, ਇਹੋ ਖਰਚ ਖੁੱਟ ਹੈ, ਗੁਰਮੁਖ ਨਿਭੈ ਨਾਲ। ਫਿਰ ਮਹਾਰਾਜ ਦੱਸ ਰਹੇ ਨੇ ਵਿਧੀ ਸਾਨੂੰ ਕਿ ਜੇਕਰ ਸਾਨੂੰ ਇਹਦੇ ਵਿਚਾਰ ਆਉਂਦੇ ਆ ਅਤੇ ਅਸੀਂ ਰਸਨਾ ਦੁਆਰਾ ਵੀ ਜਾਪ ਕਰਦੇ ਕਰਦੇ ਉਸ ਨਾਮ ਦੇ ਵਿੱਚ ਧਿਆਨ ਲਾਉਣਾ ਹੈ ਅੰਤਰਗਤ, ਜਿਹਨੂੰ ਕਹਿੰਦੇ ਨਾਮ ਨਿਰੰਜਨ ਨੀਰ ਨਾਰਾਇਣ, ਰਸਨਾ ਸਿਮਰਤ ਪਾਪ ਬਲਾਇਨ। ਕਿ ਰਸਨਾ ਦੁਆਰਾ ਵੀ ਸਿਮਰਨ ਫਿਰ ਕਰ ਰਹੇ ਹਾਂ, ਅੰਦਰ ਨਾਮ ਨਾਲ ਸੁਰਤੀ ਜੋੜ ਲਈ, ਸਾਨੂੰ ਫਿਰ ਅੰਮ੍ਰਿਤ ਰਸ ਮਿਲਦਾ ਅਤੇ ਸਾਡੇ ਜਿਹੜੇ ਪਾਪ ਆ ਅਖੰਡਨ ਹੋ ਜਾਂਦੇ ਆ। ਪਾਪ ਸਾਡੇ ਜਿਹੜੇ ਅਖੰਡਨ ਹੋ ਜਾਂਦੇ ਅਤੇ ਸਾਡੇ ਜਿਹੜੇ ਸੁਰਤੀਆਂ ਆ, ਜੇਕਰ ਅਸੀਂ ਇਸ ਤਰੀਕੇ ਨਾਲ ਅਭਿਆਸ ਕਰਾਂਗੇ, ਉਹ ਵਿਚਾਰਾਂ ਤੋਂ ਰਹਿਤ ਹੋ ਜਾਂਦੀਆਂ। ਹੁਣ ਮਹਾਰਾਜ ਨੇ ਫਿਰ ਸਾਨੂੰ ਸਮਝਾ ਦਿੱਤਾ ਕਿ ਜਦੋਂ ਅਸੀਂ ਪ੍ਰਮਾਤਮਾ ਦੇ ਸਨਮੁਖ ਹੁੰਦੇ ਹਾਂ, ਉੱਥੇ ਫਿਰ ਬੋਲਣ ਦੀ ਲੋੜ ਨਹੀਂ ਹੁੰਦੀ। ਤਾਂ ਮਹਾਰਾਜ ਨੇ ਕਿਹਾ ਆ, ਸਾਹਿਬ ਸਦਾ ਹਦੂਰ ਹੈ, ਕਿਆ ਉੱਚੀ ਕਰੇ ਪੁਕਾਰ। ਕਿ ਪ੍ਰਮਾਤਮਾ ਮਾਲਕ ਹਮੇਸ਼ਾ ਹੀ ਹਾਜ਼ਰ ਨਾਜ਼ਰ ਆ। ਇਹ ਫਿਰ ਪ੍ਰੈਕਟੀਕਲ ਹੁੰਦਾ ਹੈ ਕਿ ਜਿਹੜਾ ਉਸ ਮਾਲਕ ਦੇ ਸਨਮੁਖ ਹੋ ਗਿਆ, ਉਹਨੇ ਪਛਾਣ ਕਰ ਲਏ ਕਿ ਆ ਮਾਲਕ ਆ, ਉਹਨੂੰ ਫਿਰ ਵਾਲਾ ਉੱਚੀ ਦੇਣੀ ਅਭਿਆਸ ਕਰਨ ਦੀ ਲੋੜ ਨਹੀਂ ਹੁੰਦੀ। ਅਤੇ ਮਹਾਰਾਜ ਨੇ ਸਾਨੂੰ ਉਦਾਹਰਨ ਦਿੱਤੀ ਆ ਬਬੀਹੇ ਦੀ। ਬਬੀਹਾ ਜਿਹੜਾ ਆ, ਉਹਨੂੰ ਇੰਗਲਿਸ਼ ਵਿੱਚ ਰੇਨ ਬਰਡ ਕਹਿ ਦਿੰਦੇ ਆ, ਸੌਂਗ ਬਰਡ ਵੀ ਕਹਿੰਦੇ ਆ। ਅਤੇ ਬਬੀਹੇ ਨੂੰ ਗੁਰਬਾਣੀ ਵਿੱਚ ਕਈ ਜਗ੍ਹਾ ਸਾਰੰਗ ਵੀ ਕਿਹਾ ਹੋਇਆ ਆ, ਕਈ ਜਗ੍ਹਾ ਇਹਨੂੰ ਚਾਤਰਕ ਕਿਹਾ ਹੋਇਆ। ਅਤੇ ਮਹਾਰਾਜ ਕਹਿੰਦੇ ਆ ਕਿ ਬਬੀਹਾ ਜਿਹੜਾ ਆ ਉਹ ਵੀ ਆਵਾਜ਼ ਦਿੰਦਾ ਆ, ਉਹ ਪ੍ਰਯੋਗ ਕਰਦਾ ਹੈ। ਬਬੀਹਾ ਪ੍ਰਯੋਗ ਕਰੇ ਜਲ ਨਿਧ ਪ੍ਰੇਮ ਪਿਆਰ, ਗੁਰ ਮਿਲੇ ਸੀਤਲ ਜਲ ਪਾਇਆ ਸਭ ਦੁੱਖ ਨਿਵਾਰਨ ਹਾਰ। ਬਬੀਹਾ ਜਿਹੜਾ ਹੁੰਦਾ ਦ੍ਰਿਸ਼ਟਮਾਨ ਰੂਪ ਦੇ ਵਿੱਚ, ਉਹ ਪ੍ਰਯੋਗ ਕਰਦਾ ਆ, ਪੁਕਾਰ ਕਰਦਾ ਹੈ ਮਾਲਕ ਨੂੰ ਕਿ ਮੈਨੂੰ ਜਲ ਮਿਲੇ, ਕਿ ਮੀਂਹ ਆਵੇ, ਮੇਘ ਵਰਸੇ ਅਤੇ ਮੈਨੂੰ ਉਹ ਜਲ ਨਾਲ ਤ੍ਰਿਪਤੀ ਹੋਵੇ, ਸਵਾਂਤੀ ਬੂੰਦ ਲੱਭਦਾ ਹੁੰਦਾ ਜਦੋਂ ਮੀਂਹ ਵਰਸਦਾ ਹੈ। ਇੱਦਾਂ ਹੀ ਸਾਡਾ ਜਿਹੜਾ ਮਨ ਆ, ਇਸ ਨੂੰ ਬਬੀਹੇ ਦੀ ਨਿਆਈ ਮਹਾਰਾਜ ਨੇ ਉਦਾਹਰਨ ਦੇ ਦਿੱਤੀ ਕਿ ਇਹ ਜਿਹੜਾ ਆ ਸਾਡਾ ਮਨ, ਇਹਨੂੰ ਸ਼ਾਂਤੀ ਆਊਗੀ ਜਦੋਂ ਇਹਨੂੰ ਨਾਮ ਰਸ, ਹਰ ਰਸ ਮਿਲਿਆ। ਅਤੇ ਬਬੀਹੇ ਦੀ ਉਦਾਹਰਨ ਦਿੰਦੇ ਹੋਏ ਮਹਾਰਾਜ ਕਹਿੰਦੇ, ਬਬੀਹਾ ਪ੍ਰਯੋਗ ਕਰੇ ਜਲ ਨਿਧ ਪ੍ਰੇਮ ਪਿਆਰ, ਗੁਰ ਮਿਲੇ ਸੀਤਲ ਜਲ ਪਾਇਆ ਸਭ ਦੁੱਖ ਨਿਵਾਰਨ ਹਾਰ। ਜਦੋਂ ਸਾਡਾ ਮਨ, ਜੋ ਪੰਛੀ ਦੇ ਉਦਾਹਰਨ ਦਿੱਤੀ ਹੋਈ ਹੈ ਇੱਥੇ ਮਹਾਰਾਜ ਨੇ ਬਬੀਹੇ ਦੀ, ਇਹ ਪੰਛੀ ਦੀ ਨਿਆਈ ਹੈ ਸਾਡਾ ਮਨ। ਇਹ ਸਾਡਾ ਜਿਹੜਾ ਸਰੀਰ ਆ, ਇੱਕ ਦਰੱਖਤ ਆ ਜਿਸ ਦੇ ਆ ਕੇ ਇਹ ਵਿਰਾਜਮਾਨ ਹੋ ਚੁੱਕਾ ਆ, ਇਹਦੇ ਵਿੱਚ, ਇਸ ਸਰੀਰ ਵਿੱਚ ਪ੍ਰਵੇਸ਼ ਹੋ ਚੁੱਕਾ ਆ। ਅਤੇ ਜਦੋਂ ਅਸੀਂ ਗੁਰੂ ਨਾਲ ਮਿਲਦੇ ਹਾਂ ਅਤੇ ਸਾਨੂੰ ਸੀਤਲ ਜਲ ਮਿਲਦਾ, ਅੰਮ੍ਰਿਤ ਰਸ, ਸਾਡੇ ਜਿਹੜੇ ਦੁੱਖ ਆ ਉਹ ਸਾਰੇ ਨਿਵਰਤ ਹੋ ਜਾਂਦੇ ਆ, ਦੁੱਖ ਜਿਹੜੇ ਸਾਡੇ ਖਤਮ ਹੋ ਜਾਂਦੇ ਆ। ਗੁਰ ਮਿਲੇ ਸੀਤਲ ਜਲ ਪਾਇਆ ਸਭ ਦੁੱਖ ਨਿਵਾਰਨ ਹਾਰ, ਤਿਸ ਚੁਕੈ ਸਹਿਜ ਉਪਜੈ, ਚੁਕੈ ਕੂਕ ਪੁਕਾਰ। ਮਹਾਰਾਜ ਕਹਿੰਦੇ ਆ ਕਿ ਜਦੋਂ ਇਸ ਤਰੀਕੇ ਦੇ ਨਾਲ ਸਾਡਾ ਮਨ ਉਸ ਜਲ ਨੂੰ ਪਾ ਲੂਗਾ, ਜਿਹੜਾ ਪਿਆਸ ਆ ਉਹ ਸਾਡੀ ਚੁੱਕ ਜਾਂਦੀ ਹੈ, ਮਤਲਬ ਉਹ ਖਤਮ ਹੋ ਜਾਂਦੀ ਹੈ। ਸਾਡੇ ਅੰਤਰਗਤ ਸਹਿਜ ਉਤਪੰਨ ਹੁੰਦਾ ਆ, ਸਹਿਜ ਉਪਜੈ। ਸਹਿਜ ਹੈ ਹੀ ਉਹ ਜਗ੍ਹਾ ਹੈ ਸੁਣਨ ਦੇ ਵਿੱਚ, ਜਿੱਥੇ ਜਾ ਕੇ ਅਸਲ ਵਿੱਚ ਸਾਨੂੰ ਅੰਤਰਗਤ ਸਹਿਜ ਤੋਂ ਨਾਮ ਸੁਣਨ ਲੱਗ ਪੈਂਦਾ। ਤਿਸ ਚੁੱਕੈ ਸਹਿਜ ਉਪਜੈ, ਚੁੱਕੈ ਕੂਕ ਪੁਕਾਰ। ਕਿ ਫਿਰ ਜਿਹੜੇ ਸਾਡੇ ਕੂਕ ਮਾਰਨ ਵਾਲੀ ਗੱਲ ਹੈ ਕਿ ਬਬੀਹਾ ਜਿਹੜਾ ਆ ਉਹ ਕੂਕ ਮਾਰਦਾ, ਪ੍ਰਯੋਗ ਕਰਦਾ ਆ, ਆਵਾਜ਼ ਦਿੰਦਾ ਆ, ਉਹ ਫਿਰ ਸਾਨੂੰ ਆਵਾਜ਼ ਦੇਣ ਦੀ ਲੋੜ ਨਹੀਂ ਹੁੰਦੀ। ਚੁੱਕੈ ਕੂਕ ਪੁਕਾਰ, ਕਿਉਂਕਿ ਸਾਨੂੰ ਉਹ ਜਲ ਨਿਧ ਮਿਲ ਗਿਆ, ਅਸੀਂ ਨਾਮ ਨੂੰ ਅੰਤਰਗਤ ਸੁਣਨ ਲੱਗ ਪਏ। ਫਿਰ ਮਹਾਰਾਜ ਕਹਿੰਦੇ, ਨਾਨਕ ਗੁਰਮੁਖ ਸ਼ਾਂਤ ਹੋਏ, ਨਾਮ ਰੱਖੋ ਔਰ ਧਾਰ। ਕਿ ਜਿਹੜੇ ਗੁਰਮੁਖ ਜਾਣੇ ਆ ਉਹਨਾਂ ਦਾ ਮਨ ਫਿਰ ਸ਼ਾਂਤ ਹੋ ਜਾਂਦਾ ਆ, ਉਹ ਨਾਮ ਦੇ ਵਿੱਚ ਆਪਣੀ ਸੁਰਤੀ ਜੋੜ ਕੇ ਹਮੇਸ਼ਾ ਰੱਖਦੇ ਆ। ਇਸ ਤਰੀਕੇ ਦੇ ਨਾਲ ਅਸੀਂ ਇਸ ਮਾਰਗ 'ਤੇ ਚੱਲਣਾ ਹੁੰਦਾ ਕਿ ਅਸੀਂ ਪ੍ਰਭੂ ਦਾ ਆਸਰਾ ਇਸ ਤਰੀਕੇ ਨਾਲ ਲਈਏ ਕਿ ਸਟੈਪ ਬਾਏ ਸਟੈਪ ਚੱਲਣਾ ਹੈ। ਕਿ ਬੈਖਰੀ ਬਾਣੀ ਦੇ ਵਿੱਚ ਜਾਪ ਕੀਤਾ, ਫੁਰਨਿਆਂ ਤੋਂ ਰਹਿਤ ਹੋਣ ਲੱਗ ਪਏ, ਆਪਣੇ ਘਰ ਵਿੱਚ ਪ੍ਰਵੇਸ਼ ਹੋਣ ਲੱਗ ਪਏ, ਫਿਰ ਮਧਮਾਂ ਦੇ ਵਿੱਚ ਆ ਗਏ, ਫਿਰ ਪਸੰਤੀ ਬਾਣੀ ਦੇ ਵਿੱਚ ਜਾਪ ਕਰਨ ਲੱਗ ਪਏ। ਉਹ ਜਾਪ ਜਿਹੜਾ ਗੁਰਮੰਤਰ ਦਾ ਹੈ ਉਹ ਹੈ ਹੀ ਇਸ ਤੱਕ ਆ ਕਿ ਅਸੀਂ ਉਸ ਅੰਮ੍ਰਿਤ ਨਾਮ ਨਾਲ ਅੰਤਰਗਤ ਜੁੜ ਜਾਈਏ, ਜੋ ਸਹਿਜ ਧੁਨ ਆ, ਜਿਹਨੂੰ ਨਾਦ ਕਹਿ ਦਿੱਤਾ ਆ। ਅਨਹਦ ਸ਼ਬਦ ਜਿਹੜੇ ਆ ਅੰਤਰਗਤ ਚੱਲਦੇ ਆ, ਉਹਨਾਂ ਨਾਲ ਜੁੜ ਜਾਈਏ।
ਜਿੱਥੇ ਅਨਹਦ ਸ਼ਬਦ ਸ਼ੁਰੂ ਹੁੰਦੇ ਆ ਉਹ ਸਮਝਿਆ ਜਾਂਦਾ ਕਿ ਇਹਨੂੰ ਪਰਾ ਬਾਣੀ ਦੀ ਪ੍ਰਾਪਤੀ ਹੋ ਗਈ। ਉਹ ਪਾਰ ਬ੍ਰਹਮ ਦੀ ਬਾਣੀ ਆ, ਪਰਾ ਬਾਣੀ ਉਹਨੂੰ ਕਹਿ ਦਿੱਤਾ ਆ। ਉੱਥੇ ਤੱਕ ਅਸੀਂ ਪਹੁੰਚਣਾ ਹੁੰਦਾ ਹੈ ਅਤੇ ਫਿਰ ਅੰਤਰਗਤ ਧਿਆਨ ਦੁਆਰਾ ਖੇਡ ਸ਼ੁਰੂ ਹੁੰਦਾ ਹੈ ਕਿ ਜਿੱਥੇ ਅਸੀਂ ਧਿਆਨ ਹੀ ਸੁਰਤੀ ਟਿਕਾਈ ਹੋਈ ਅਨਹਦ ਸ਼ਬਦਾਂ ਦੇ ਵਿੱਚ, ਫਿਰ ਧਿਆਨ ਉਸ ਨੂੰ ਦੇ ਕੇ ਅਸੀਂ ਉਸ ਅਨਹਦ ਸ਼ਬਦਾਂ ਦੇ ਵਿੱਚੋਂ ਜਦੋਂ ਨਾਦ ਪ੍ਰਗਟ ਹੁੰਦਾ, ਜਿਹਨੂੰ ਮਹਾਰਾਜ ਕਹਿੰਦੇ ਆ ਅਨਹਦ ਬਾਣੀ ਨਾਦ ਵਜਾਇਆ, ਉਸ ਨਾਦ ਨੂੰ ਫਿਰ ਪਕੜ ਕੇ ਉਸ ਦੇ ਵਿੱਚ ਸੁਰਤੀ ਲੀਨ ਕਰਕੇ ਉਸ ਦੇ ਵਿੱਚ ਸਮਾ ਕੇ ਫਿਰ ਹਰੀ ਦੇ ਸਨਮੁਖ ਹੋਣਾ। ਮਹਾਰਾਜ ਨੇ ਸਾਨੂੰ ਸਮਝਾ ਦਿੱਤਾ ਕਿ ਸ਼ਬਦ ਜਿਹੜੇ ਆ ਸਹਿਜ ਧੁਨ ਨਾਦ ਅਨਹਦ ਸ਼ਬਦ ਇਹ ਸਾਰੇ ਪ੍ਰਮਾਤਮਾ ਦੇ ਮੁਖ ਦੀ ਉਚਾਰਨ ਕੀਤੀ ਹੋਈ ਬਾਣੀ ਹੈ, ਜਿਹਨੂੰ ਮਹਾਰਾਜ ਕਹਿੰਦੇ ਆ ਤੇਰਾ ਮੁਖ ਸੁਹਾਵਾ ਜੀ, ਉਹ ਸਹਿਜ ਧੁਨ ਬਾਣੀ। ਜੇਕਰ ਅਸੀਂ ਉਹ ਸਹਿਜ ਧੁਨ ਦੇ ਵਿੱਚ ਸਮਾ ਜਾਂਦੇ ਹਾਂ ਅਤੇ ਸਾਡਾ ਜਿਹੜਾ ਮਨ ਆ ਉਹ ਪ੍ਰਮਾਤਮਾ ਦੇ ਸਨਮੁਖ ਹੋ ਜਾਊਗਾ। ਇਸ ਮਾਰਗ 'ਤੇ ਚੱਲਣ ਵਾਸਤੇ ਮਹਾਰਾਜ ਨੇ ਕਿਹਾ ਹੋਇਆ ਸਾਨੂੰ ਮਿਹਨਤ ਕਰਨ ਲਈ, ਅਤੇ ਨਾਲ ਕਿਹਾ ਹੈ ਕਿ ਅਸੀਂ ਜੋਦੜੀ ਵੀ ਕਰਨੀ ਆ, ਅਰਦਾਸ ਕਰਨੀ ਆ, ਬੇਨਤੀ ਕਰਨੀ ਆ ਉਸ ਮਾਲਕ ਦੇ ਅੱਗੇ, ਜਿਹਨੂੰ ਮਹਾਰਾਜ ਕਹਿੰਦੇ ਆ ਕਿ ਕਰ ਮਿਹਨਤ ਕਰ ਜੋਦੜੀ ਮੈਂ ਪ੍ਰਭ ਮਿਲਣੇ ਕਾ ਚਾਓ, ਕਿ ਜਿਹਨੂੰ ਪ੍ਰਮਾਤਮਾ ਨੂੰ ਮਿਲਣ ਦਾ ਚਾਅ ਆ ਉਹ ਮਿਹਨਤ ਕਰੇ। ਮਿਹਨਤ ਅਸੀਂ ਕਰਦੇ ਹਾਂ ਜਦੋਂ ਗੁਰਮੰਤਰ ਦਾ ਅਭਿਆਸ ਕਰਦੇ ਹਾਂ, ਅਤੇ ਜੋਦੜੀ ਕਰੇ, ਬੇਨਤੀ ਕਰੇ ਉਸ ਮਾਲਕ ਦੇ ਅੱਗੇ। ਮਹਾਰਾਜ ਨੇ ਫਿਰ ਸਾਨੂੰ ਬੇਨਤੀ ਕਰਨ ਦਾ ਤਰੀਕਾ ਸਮਝਾਇਆ ਹੋਇਆ ਕਿ ਅਸੀਂ ਬੇਨਤੀ ਕਰਨੀ ਹੁੰਦੀ ਹੈ ਪਿਆਰ ਨਾਲ, ਕਿਉਂਕਿ ਉਹ ਸਾਡਾ ਮਾਲਕ ਆ, ਉਹਦੇ ਨਾਲ ਅਸੀਂ ਮਿਲਾਪ ਕਰਨਾ ਆ। ਆਪਣਾ ਜਿਹੜਾ ਮਨ ਆ ਇਹਨੂੰ ਕਾਮ ਕ੍ਰੋਧ ਹੰਕਾਰ ਤੋਂ ਛੁਡਾ ਕੇ ਬੇਨਤੀ ਅਸੀਂ ਕਰਨੀ ਹੈ ਦਇਆ ਨਿਮਰਤਾ ਸਹਿਨਸ਼ੀਲਤਾ ਜਤ ਸਤ ਸੰਤੋਖ ਵਿੱਚ ਆ ਕੇ ਹਿਰਦਿਓਂ ਬੇਨਤੀ ਕੀਤੀ ਜਾਂਦੀ ਹੈ। ਗੁਰਬਾਣੀ ਦੇ ਵਿੱਚ ਸਾਨੂੰ ਸਮਝਾਇਆ ਹੋਇਆ ਕਿ ਜੇਕਰ ਅਸੀਂ ਕੁਛ ਮੰਗਣਾ ਚਾਹੁੰਦੇ ਹਾਂ ਮਾਲਕ ਤੋਂ, ਅਤੇ ਮੰਗਣਾ ਕੀ ਹੈ, ਬੇਨਤੀ ਕੀ ਕਰਨੀ ਹੈ ਕਿ ਮਹਾਰਾਜ ਸਾਨੂੰ ਆਹ ਬਖਸ਼ਿਸ਼ ਕਰੋ। ਅਤੇ ਭਗਤਾਂ ਨੇ ਗੁਰੂ ਸਾਹਿਬਾਨਾਂ ਨੇ ਸਾਨੂੰ ਫਿਰ ਐਗਜ਼ੈਂਪਲ ਦੇ ਤੌਰ 'ਤੇ ਦੱਸਿਆ ਹੋਇਆ ਕਿ ਕਿਵੇਂ ਅਸੀਂ ਮਾਲਕ ਦੇ ਅੱਗੇ ਬੇਨਤੀ ਵੀ ਕਰ ਸਕਦੇ ਹਾਂ। ਹੁਣ ਜਦੋਂ ਮੰਗਣ ਦੀ ਗੱਲ ਕਰਦੇ ਹਾਂ ਤਾਂ ਮਹਾਰਾਜ ਨੇ ਸਾਨੂੰ ਸਮਝਾ ਦਿੱਤਾ ਕਿ ਅਸੀਂ ਉਹੀ ਮੰਗਣੀ ਹੁੰਦੀ ਮਾਲਕ ਤੋਂ ਜਿਸ ਦੁਆਰਾ ਮਾਲਕ ਦੀ ਪ੍ਰਾਪਤੀ ਹੋਵੇ, ਜਿਹਨੂੰ ਮਹਾਰਾਜ ਕਹਿੰਦੇ ਆ ਵਿਣ ਤੁਧ ਹੋਰ ਜੇ ਮੰਗਣਾ ਸਿਰ ਦੁੱਖਾਂ ਕੇ ਦੁੱਖ ਦੇਹੋ ਨਾਮ ਸੰਤੋਖੀਆ ਉਤਰੈ ਮਨ ਕੀ ਭੁੱਖ। ਕਿ ਜੇਕਰ ਅਸੀਂ ਦ੍ਰਿਸ਼ਟਮਾਨ ਮੰਗਦੇ ਹਾਂ ਮਾਲਕ ਤੋਂ ਸਿਰਫ ਦੁਨੀਆ ਵਾਸਤੇ ਜਾਂ ਪਦਾਰਥ ਮੰਗਦੇ ਹਾਂ, ਅਤੇ ਕਹਿੰਦੇ ਕਿ ਇਹਦੇ ਵਿੱਚੋਂ ਮਾਇਆ ਦੇ ਪਦਾਰਥਾਂ ਦੇ ਵਿੱਚੋਂ ਇਹ ਮਾਇਆ ਦੀਆਂ ਮੰਗਾਂ ਦੇ ਵਿੱਚੋਂ ਸਾਨੂੰ ਦੁੱਖ ਮਿਲੂਗਾ। ਮਹਾਰਾਜ ਨੇ ਕਿਹਾ ਨਾਮ ਮੰਗੋ ਪ੍ਰਮਾਤਮਾ ਤੋਂ, ਨਾਮ ਦੇ ਨਾਲ ਸਾਡੇ ਮਨ ਦਾ ਆਧਾਰ ਹੁੰਦਾ ਹੈ, ਇਹਨੂੰ ਸੰਤੋਖ ਆਉਂਦਾ ਹੈ, ਤ੍ਰਿਸ਼ਨਾ ਜਿਹੜੀ ਜਾਂਦੀ ਹੈ ਪਾਸੇ ਹਟ ਜਾਂਦੀ ਹੈ, ਤ੍ਰਿਸ਼ਨਾ ਖਤਮ ਹੋ ਜਾਂਦੀ ਤਾਂ ਮਨ ਬਣ ਜਾਂਦਾ ਮਹਾਂ ਸੰਤੋਖੀ। ਅਤੇ ਫਿਰ ਮਹਾਰਾਜ ਨੇ ਸਾਨੂੰ ਸਮਝਾ ਦਿੱਤਾ ਜੇ ਕੁਛ ਮੰਗਣਾ ਹੈ ਤਾਂ ਆ ਵੀ ਮੰਗੋ, ਮੰਗਣਾ ਮੰਗਣ ਨਿਕਾ ਹਰ ਜਸ ਗੁਰ ਤੇ ਮੰਗਣਾ। ਆਪਣੇ ਗੁਰੂ ਪਾਸੋਂ ਹਰੀ ਦਾ ਜਸ ਮੰਗੋ ਕਿ ਹਰ ਵਕਤ ਅਸੀਂ ਉਸ ਮਾਲਕ ਦੀ ਉਸਤਤ ਕਰੀਏ। ਫਿਰ ਮਹਾਰਾਜ ਨੇ ਕਈ ਉਦਾਹਰਨਾਂ ਜਿਵੇਂ ਅੱਗੇ ਵੀ ਵਿਚਾਰ ਕੀਤੀ ਹੈ ਕਿ ਤੁਸੀਂ ਜੇ ਕੁਛ ਮੰਗਣਾ ਹੈ ਪ੍ਰਮਾਤਮਾ ਤੋਂ, ਤੁਸੀਂ ਆਪਣੀ ਰਾਖੀ ਲਈ ਮੰਗ ਸਕਦੇ ਕਿ ਸੱਚੇ ਪਾਤਸ਼ਾਹ ਮੈਨੂੰ ਆਪਣੀ ਸ਼ਰਨ ਵਿੱਚ ਲਿਆ, ਮੇਰੀ ਰਾਖੀ ਕਰ। ਇੱਦਾਂ ਹੀ ਭਗਤ ਸਧਨਾ ਜੀ ਦਾ ਸ਼ਬਦ ਆਉਂਦਾ ਹੈ ਗੁਰਬਾਣੀ ਦੇ ਵਿੱਚ, ਅਤੇ ਉਹਨਾਂ ਨੇ ਵੀ ਇਹੀ ਮੰਗ ਰੱਖੀ ਕਿ ਸੱਚੇ ਪਾਤਸ਼ਾਹ ਮੈਨੂੰ ਆਪਣੀ ਸ਼ਰਨ ਵਿੱਚ ਰੱਖੋ, ਮੈਨੂੰ ਇੱਥੋਂ ਬਚਾਓ। ਅਤੇ ਉਹ ਸ਼ੁਰੂ ਹੁੰਦਾ ਸ਼ਬਦ ਕਹਿੰਦੇ ਨਿਰਪ ਕੰਨਿਆ ਕੇ ਕਾਰਨ ਇੱਕ ਪਿਆ ਭੇਖ ਧਾਰੀ ਕਾਮਾਰਥੀ ਸਵਾਰਥੀ ਵਾਕੀ ਪੈਜ ਸਵਾਰੀ। ਭਗਤ ਸਧਨਾ ਜੀ ਨੇ ਜ਼ਿਕਰ ਕੀਤਾ ਕਿ ਇੱਕ ਸਮਾਂ ਸੀਗਾ ਦੁਨੀਆ ਦੇ ਵਿੱਚ, ਇੱਕ ਰਾਜਧਾਨੀ ਦੇ ਵਿੱਚ ਪੁਰਾਣੇ ਸਮੇਂ ਦੇ ਵਿੱਚ ਜਦੋਂ ਰਾਜੇ ਰਾਣਿਆਂ ਦੇ ਸਮਾਂ ਸੀ, ਇੱਕ ਰਾਜਧਾਨੀ ਦੇ ਵਿੱਚ ਇੱਕ ਗਰੀਬ ਬੰਦਾ ਰਹਿੰਦਾ ਸੀ ਅਤੇ ਉਹਨੂੰ ਰਾਜਕੁਮਾਰੀ ਦੇ ਨਾਲ ਪਿਆਰ ਹੋ ਗਿਆ। ਜਿਹੜੀ ਰਾਜਕੁਮਾਰੀ ਸੀਗੀ ਉਹਨੂੰ ਉਹਨੇ ਵੇਖਿਆ ਅਤੇ ਉਹ ਅਸਲ ਵਿੱਚ ਪਿਆਰ ਜਿਹੜਾ ਹੁੰਦਾ ਆ, ਇੱਕ ਤਾਂ ਹੁੰਦਾ ਅਸਲੀ ਪਿਆਰ, ਇੱਕ ਹੁੰਦਾ ਨਕਲੀ। ਅਸਲੀ ਪਿਆਰ ਜਿਹੜਾ ਆ ਉਹ ਹੁੰਦਾ ਆ ਜਿਹੜਾ ਅਧਿਆਤਮਿਕ ਹੋਵੇ, ਉਹ ਮਾਇਆ ਤੋਂ ਉੱਪਰ ਹੁੰਦਾ। ਜਿਹੜਾ ਆਹ ਪਿਆਰ ਸੀਗਾ ਇਹ ਗਰੀਬ ਕਰਦਾ, ਇਹ ਸੀਗਾ ਮਾਇਆ ਤੱਕ ਸੀਮਤ।
ਅਤੇ ਇਹ ਉਹਨੂੰ ਦੇਖ ਕੇ ਮੋਹਿਤ ਹੋਇਆ। ਉਹਦਾ ਪਿਆਰ ਅੰਦਰੋਂ ਅਸਲੀ ਨਹੀਂ, ਝੂਠਾ ਪਿਆਰ ਇਹਨੂੰ ਕਹਿੰਦੇ ਆ। ਐਸਾ ਇਹ ਗਰੀਬ ਜਿਹੜਾ ਆ ਇਹ ਚਾਹੁੰਦਾ ਸੀ ਕਿ ਰਾਜਕੁਮਾਰੀ ਨਾਲ ਵਿਆਹ ਕਰ ਲਵਾਂ। ਹੁਣ ਉਹ ਜਿਹੜੀ ਰਾਜਕੁਮਾਰੀ ਸੀਗੀ ਉਹ ਵਿਸ਼ਨੂੰ ਭਗਵਾਨ ਨੂੰ ਬਹੁਤ ਮੰਨਦੀ ਸੀਗੀ ਅਤੇ ਉਹਨਾਂ ਦੀ ਪੂਜਾ ਕਰਦੀ ਸੀ, ਉਹਨਾਂ ਨੂੰ ਅਰਾਧਦੀ ਸੀਗੀ। ਅਤੇ ਉਹਨੇ ਆਪਣੇ ਅੰਤਰਗਤ ਇਹ ਧਾਰਨ ਕੀਤਾ ਸੀਗਾ ਕਿ ਵਿਆਹ ਕਰਨਾ ਤਾਂ ਵਿਸ਼ਨੂੰ ਭਗਵਾਨ ਨਾਲ ਕਰਨਾ ਹੈ। ਕੀ ਹੋਇਆ ਕਿ ਉਹ ਜਿਹੜਾ ਲੜਕਾ ਆ ਉਸ ਨੂੰ ਇਸ ਗੱਲ ਦਾ ਪਤਾ ਲੱਗਿਆ ਅਤੇ ਕੋਈ ਕਾਸੇ ਤਰ੍ਹਾਂ ਕਥਾ ਸੁਣਾਉਂਦਾ ਹੁੰਦਾ, ਕੋਈ ਕਾਸੇ ਤਰ੍ਹਾਂ। ਅਸੀਂ ਸ਼ੋਰਟ ਸਪਸ਼ਟ ਸੁਣਾਉਂਦੇ ਹਾਂ। ਮਹਾਰਾਜ ਕਿਰਪਾ ਕਰਨ ਕਿ ਐਸਾ ਹੋਇਆ ਕਿ ਉਹ ਲੜਕੇ ਨੇ ਸਮਝਿਆ ਕਿ ਇਸ ਲੜਕੀ ਨੂੰ ਵਿਆਹੁਣ ਵਾਸਤੇ ਵਿਸ਼ਨੂੰ ਭਗਵਾਨ ਦਾ ਰੂਪ ਧਾਰਨ ਕਰਨਾ ਪੈਣਾ। ਅਤੇ ਇਤਿਹਾਸ ਵਿੱਚ ਦੱਸਦੇ ਆ ਕਿ ਉਹਨੇ ਆਪਣੇ ਇੱਕ ਮਿੱਤਰ ਦੀ ਮਦਦ ਲੈ ਕੇ, ਜੋ ਮਿਸਤਰੀ ਸੀ, ਉਹਨਾਂ ਨੇ ਇੱਕ ਲੱਕੜ ਦਾ ਗਰੜ ਬਣਾ ਲਿਆ। ਗਰੜ ਹੈਗਾ ਜਿਹੜਾ ਵਾਹਨ ਆ ਵਿਸ਼ਨੂੰ ਭਗਵਾਨ ਦਾ, ਉਹ ਪੰਛੀ ਆ। ਉਹਨੇ ਕੀ ਕੀਤਾ, 2 ਹੋਰ ਬਾਹਾਂ ਲਾ ਕੇ ਚਤੁਰਭੁਜ ਰੂਪ ਧਾਰਨ ਕਰ ਲਿਆ ਅਤੇ ਲੱਕੜ ਦੇ ਗਰੜ 'ਤੇ ਉਸ ਮਹਿਲ ਦੇ ਵਿੱਚ ਪਹੁੰਚ ਗਿਆ ਲੜਕੀ ਕੋਲ। ਅਤੇ ਲੜਕੀ ਵਿਸ਼ਨੂੰ ਭਗਵਾਨ ਦੀ ਅਰਾਧਨਾ ਕਰਦੀ ਸੀ ਅਤੇ ਉਹ ਚਾਹੁੰਦੀ ਸੀਗੀ ਕਿ ਵਿਸ਼ਨੂੰ ਭਗਵਾਨ ਨਾਲ ਵਿਆਹ ਹੋਵੇ। ਅਤੇ ਇਹ ਆ ਗਿਆ ਸਾਹਮਣੇ ਵਿਸ਼ਨੂੰ ਭਗਵਾਨ ਦਾ ਰੂਪ ਧਾਰਨ ਕਰਕੇ, ਭੇਖ ਬਣਾ ਕੇ। ਹੁਣ ਵਿਸ਼ਨੂੰ ਭਗਵਾਨ ਤਾਂ ਉਹ ਸੀਗਾ ਨਹੀਂ, ਪਰ ਉਹਨੇ ਉਸ ਲੜਕੀ ਨੂੰ ਦੱਸਿਆ ਨਹੀਂ। ਉਹਨਾਂ ਨੇ ਫਿਰ ਇਤਿਹਾਸ ਵਿੱਚ ਦੱਸਿਆ ਹੋਇਆ ਕਿ ਉਹਨਾਂ ਨੇ ਗੰਧਰਵ ਵਿਵਾਹ ਕਰ ਲਿਆ, ਸਹਿਮਤੀ ਨਾਲ ਇੱਕ ਦੂਸਰੇ ਨਾਲ ਵਿਆਹ ਕਰ ਲਿਆ। ਅਤੇ ਕੀ ਹੋਇਆ ਕਿ ਦੂਜੇ ਪਾਸੇ ਹੁਣ ਹਜੇ ਰਾਜੇ ਨੂੰ ਪਤਾ ਨਾ ਲੱਗਿਆ ਕਿ ਇਹ ਜਿਹੜਾ ਭੇਖਧਾਰੀ ਆ ਮੇਰੀ ਬੇਟੀ ਨੂੰ ਵਿਆਹਿਆ ਗਿਆ। ਨੇੜਲੀ ਇੱਕ ਹੋਰ ਰਾਜ ਦੇ ਵਿੱਚ ਇੱਕ ਰਾਜ ਨੇ ਸੋਚਿਆ ਕਿ ਮੈਂ ਇਹਨਾਂ 'ਤੇ ਅਟੈਕ ਕਰਨਾ। ਇਸ ਰਾਜਧਾਨੀ 'ਤੇ ਇੱਕ ਹੋਰ ਰਾਜ ਨੇ ਜਿੱਥੇ ਰਾਜਕੁਮਾਰੀ ਵਸਦੀ ਸੀਗੀ ਅਤੇ ਉਹਦਾ ਪਰਿਵਾਰ ਸੀ ਸਾਰਾ। ਨਾਲ ਦੀ ਰਾਜਧਾਨੀ ਨੇ ਸੋਚਿਆ ਕਿ ਅਸੀਂ ਹਮਲਾ ਕਰਦੇ ਹਾਂ ਅਤੇ ਇਹਨਾਂ 'ਤੇ ਅਟੈਕ ਕਰਦੇ ਹਾਂ। ਇਹ ਖਬਰ ਜਿਹੜੀ ਆ ਗਈ ਇੱਧਰਲੇ ਪਾਸੇ ਜਿੱਥੇ ਇਹ ਸਾਰੇ ਵਸਦੇ ਸੀਗੇ, ਰਾਜਕੁਮਾਰੀ ਵਿਸ਼ਨੂੰ ਭਗਵਾਨ ਦੀ ਜਿਹੜੀ ਭਗਤ ਸੀ। ਅਤੇ ਰਾਜਕੁਮਾਰੀ ਦਾ ਪਿਤਾ ਜਿਹੜਾ ਆ ਉਹ ਥੋੜ੍ਹਾ ਜਿਹਾ ਚਿੰਤਤ ਹੋ ਗਿਆ ਕਿ ਇੱਥੇ ਲੜਾਈ ਚੱਲਣ ਲੱਗੀ ਹੈ ਅਤੇ ਉਹ ਜਿਹੜਾ ਹਮਲਾਵਰ ਆ ਉਹਦੀ ਫੌਜ ਬੜੀ ਤਕੜੀ ਆ, ਡਾਢੀ ਫੌਜ ਦੇ ਨਾਲ ਆਉਣ ਲੱਗਾ ਆ, ਹਮਲਾ ਕਰਨ ਲੱਗਾ ਹੈ ਅਤੇ ਅਸੀਂ ਕੀ ਕਰੀਏ। ਅਤੇ ਰਾਜਕੁਮਾਰੀ ਨੂੰ ਪਤਾ ਲੱਗਿਆ ਕਿ ਮੇਰਾ ਪਿਤਾ ਚਿੰਤਤ ਆ ਅਤੇ ਇੱਥੇ ਯੁੱਧ ਚੱਲਣਾ ਆ। ਅਤੇ ਉਹ ਨੇ ਸੋਚਿਆ ਕਿ ਮੈਂ ਜਾ ਕੇ ਦੱਸਦੀ ਹਾਂ ਸਾਰਿਆਂ ਨੂੰ ਕਿ ਕੋਈ ਗੱਲ ਨਹੀਂ, ਫਿਕਰ ਨਾ ਕਰੋ, ਸਾਡੇ ਪਾਸ ਵਿਸ਼ਨੂੰ ਭਗਵਾਨ ਆਏ ਹੋਇਆ। ਅਤੇ ਉਹ ਲੈ ਕੇ ਆਈ ਆਪਣੇ ਉਹ ਪਤੀ ਨੂੰ ਜਿਹਨੇ ਭੇਖ ਧਾਰਨ ਕੀਤਾ ਹੋਇਆ ਸੀ ਵਿਸ਼ਨੂੰ ਭਗਵਾਨ ਦਾ, ਕਿ ਫਿਕਰ ਨਾ ਕਰੋ ਸਾਰੇ, ਸਾਡੇ ਪਾਸ ਵਿਸ਼ਨੂੰ ਭਗਵਾਨ ਆ, ਇਹਨਾਂ ਨਾਲ ਮੈਂ ਵਿਆਹ ਕੀਤਾ ਹੋਇਆ ਆ, ਇਹਨਾਂ ਨਾਲ ਵਿਆਹ ਕੀਤਾ ਹੋਇਆ, ਇਹ ਸਾਨੂੰ ਬਚਾਉਣਗੇ। ਹੁਣ ਉਹ ਜਿਹੜਾ ਗਰੀਬ ਲੜਕਾ ਸੀ ਉਹ ਤਾਂ ਚਿੰਤਾ 'ਚ ਆਪ ਪੈ ਗਿਆ। ਹੁਣ ਜੇਕਰ ਉਹ ਸੱਚ ਇੱਥੇ ਦੱਸਦਾ ਕਿ ਉਹ ਵਿਸ਼ਨੂੰ ਭਗਵਾਨ ਅਸਲ ਵਿੱਚ ਨਹੀਂ, ਅਤੇ ਸਾਰਿਆਂ ਨੇ ਰਲ ਕੇ ਉਂਝ ਹੀ ਉਹਨੂੰ ਉੱਥੇ ਕਟਾਪਾ ਚੜ੍ਹ ਦੇਣਾ ਸੀ। ਜੇ ਉਹ ਇੱਥੋਂ ਰਾਜਧਾਨੀ 'ਚੋਂ ਬਾਹਰ ਨੱਠਦਾ, ਉੱਧਰੋਂ ਤਾਂ ਆਕਰਮਣ ਹੋਣ ਲੱਗਾ, ਸਾਰਾ ਕੁਛ ਤਸੀਲ ਕਰ ਦੇਣਾ। ਅਤੇ ਨਾ ਹੀ ਉਹ ਵਿਸ਼ਨੂੰ ਭਗਵਾਨ ਹੈ। ਜੇ ਇਹਨਾਂ ਨੇ ਲੜਨ ਲਈ ਬਾਹਰ ਭੇਜ ਦਿੱਤਾ ਕਿ ਹੁਣ ਤੂੰ ਸਾਨੂੰ ਬਚਾ, ਤਾਂ ਉਹ ਲੜਕੇ ਨੇ ਸਮਝ ਲਿਆ ਕਿ ਮੈਂ ਤਾਂ ਐਕਸਪੋਜ਼ ਕੀਤਾ ਜਾਊਂਗਾ, ਮੈਨੂੰ ਤਾਂ ਉਹਨਾਂ ਨੇ ਮਾਰ ਦੇਣਾ। ਫਿਰ ਉਹ ਲੜਕੇ ਨੇ ਕੀ ਕੀਤਾ, ਉਹਨੇ ਪ੍ਰਮਾਤਮਾ ਅੱਗੇ ਬੇਨਤੀ ਕੀਤੀ ਕਿ ਉਹਨੇ ਭੇਖ ਧਾਰਨ ਕੀਤਾ ਸੀਗਾ, ਉਹਨੇ ਆਪਣੀ ਗਲਤੀ ਮੰਨੀ ਪ੍ਰਮਾਤਮਾ ਦੇ ਅੱਗੇ ਅਤੇ ਕਿਹਾ ਕਿ ਮੈਂ ਗਲਤ ਹਾਂ, ਮੈਂ ਇਹ ਭੇਖ ਧਾਰਨ ਕੀਤਾ ਅਤੇ ਬੇਨਤੀ ਇਹ ਹੈ ਕਿ ਮੈਂ ਹੁਣ ਫਸ ਗਿਆ ਅਤੇ ਤੁਸੀਂ ਮੈਨੂੰ ਬਚਾਓ, ਕਿਸੇ ਤਰ੍ਹਾਂ ਮੈਨੂੰ ਬਚਾਓ। ਜਦੋਂ ਉਹਨੇ ਇਸ ਤਰੀਕੇ ਨਾਲ ਬੇਨਤੀ ਕੀਤੀ, ਪ੍ਰਮਾਤਮਾ ਨੇ ਕੀ ਕੀਤਾ, ਵਿਸ਼ਨੂੰ ਭਗਵਾਨ ਦੇ ਰੂਪ ਦੇ ਵਿੱਚ ਜਦੋਂ ਉਹ ਹਮਲਾਵਰ ਆਇਆ, ਹਮਲਾਵਰ ਰਾਜਾ ਆਇਆ ਹਮਲਾ ਕਰਨ ਵਾਸਤੇ, ਆਕਰਮਣ ਉਹਨਾਂ ਨੇ ਕੀਤਾ, ਅਤੇ ਵਿਸ਼ਨੂੰ ਭਗਵਾਨ ਦੇ ਰੂਪ ਦੇ ਵਿੱਚ ਪ੍ਰਮਾਤਮਾ ਨੇ ਉਹਦੀ ਸੈਨਾ ਨੂੰ ਫਤਿਹ ਕੀਤਾ। ਕੀ ਕੀਤਾ, ਉਹਨਾਂ ਨੇ ਸੁਦਰਸ਼ਨ ਚੱਕਰ ਛੱਡ ਕੇ
ਉਸ ਹਮਲਾਵਰ ਰਾਜੇ ਦਾ ਵਧ ਕਰ ਦਿੱਤਾ ਅਤੇ ਇਸ ਤਰੀਕੇ ਦੇ ਨਾਲ ਉਹ ਰਾਜਧਾਨੀ ਨੂੰ ਬਚਾਇਆ, ਰਾਜਕੁਮਾਰੀ ਅਤੇ ਉਹਦੇ ਪਤੀ ਨੂੰ, ਉਹਦੇ ਪਰਿਵਾਰ ਨੂੰ, ਉਹਨਾਂ ਸਾਰਿਆਂ ਨੂੰ ਬਚਾ ਲਿਆ ਅਤੇ ਇਹਦੀ ਲਾਜ ਪੈਜ ਇਸ ਗਰੀਬ ਬੰਦੇ ਦੀ ਰੱਖ ਲਈ। ਇਸ ਦੀ ਉਦਾਹਰਨ ਫਿਰ ਭਗਤ ਸਧਨਾ ਜੀ ਨੇ ਦਿੱਤੀ ਹੈ। ਕਹਿੰਦੇ ਕਿ ਉਹ ਇੱਕ ਕੰਨਿਆ ਰਾਜਕੁਮਾਰੀ ਦੇ ਕਾਰਨ ਉਹ ਲੜਕੇ ਨੇ ਭੇਖ ਧਾਰਨ ਕੀਤਾ। ਉਹਦੇ ਮਨ 'ਤੇ ਸਵਾਰ ਸੀਗਾ ਕਾਮ ਅਤੇ ਉਹ ਸੀਗਾ ਸਵਾਰਥੀ, ਅਤੇ ਤੁਸੀਂ ਉਹਦੀ ਵੀ ਪੈਜ ਸਵਾਰੀ। ਮਹਾਰਾਜ ਕਹਿੰਦੇ ਆ ਨਿਰਪ ਕੰਨਿਆ ਕੇ ਕਾਰਨ ਹੈ ਇੱਕ ਭਿਆ ਭੇਖ ਧਾਰੀ, ਕਾਮਾਰਥੀ ਸਵਾਰਥੀ ਵਾਕੀ ਪੈਜ ਸਵਾਰੀ। ਫਿਰ ਭਗਤ ਸਧਨਾ ਜੀ ਕਹਿੰਦੇ ਤਵ ਗੁਣ ਕਹਾ ਜਗਤ ਗੁਰਾ, ਜੋ ਕਰਮ ਨ ਨਾਸੈ, ਸਿੰਘ ਸਰਨ ਕਤ ਜਾਈਐ, ਜੋ ਜੰਬੁਕ ਗਰਾਸੈ। ਰਹਾਓ। ਕਹਿੰਦੇ ਕਿ ਜੇ ਤੁਸੀਂ ਹੁਣ ਸਾਡੇ ਕਰਮਾਂ ਦਾ ਜਿਹੜਾ ਨਾਸ ਨਹੀਂ ਨਾ ਕਰਦੇ ਅਤੇ ਫਿਰ ਅਸੀਂ ਕੀ ਤੁਹਾਡੇ ਗੁਣਾਂ ਦੇ ਉਚਾਰਨ ਕਰਾਂਗੇ। ਇੱਥੇ ਬੇਨਤੀ ਅਸਲ ਵਿੱਚ ਭਗਤ ਸਧਨਾ ਜੀ ਕਰ ਰਿਹਾ ਕਿ ਹੁਣ ਜਿੰਨੇ ਵੀ ਅਸੀਂ ਜੀਵ ਹਾਂ ਸੰਸਾਰ ਵਿੱਚ ਆਏ, ਸਾਡੇ ਪਿਛਲੇ ਕਰਮ ਜਿਹੜੇ ਆ ਸਾਨੂੰ ਪਤਾ ਨਹੀਂ ਕਿਹੋ ਜਿਹਾ ਅਸੀਂ ਉਂਝ ਕੀਤੇ ਹੋਏ, ਕਿਉਂਕਿ ਸਾਨੂੰ ਪਿਛੋਕੜ ਤਾਂ ਭੁਲਾਇਆ ਹੋਇਆ ਸਾਨੂੰ ਆਮ ਜੀਵਨ ਨੂੰ, ਅਤੇ ਅਸੀਂ ਕਿੰਨਾ ਕੁਛ ਬਚਪਨ ਤੋਂ ਲੈ ਕੇ ਹੁਣ ਤਾਈਂ ਕਰਦੇ ਹਾਂ ਜੋ ਚੰਗਾ ਆ ਜਾਂ ਮਾੜਾ ਆ ਕਰਮ ਕਰਦੇ ਹਾਂ, ਅਤੇ ਉਸ ਸਾਡੇ ਕਰਮ ਜਿਹੜੇ ਆ ਉਹਨਾਂ ਦਾ ਸਾਨੂੰ ਫਲ ਭਾਵੇਂ ਇਸ ਜਨਮ ਦਾ ਹੋਵੇ ਜਾਂ ਪਿਛਲੇ ਜਨਮਾਂ ਦੇ ਕਰਮ ਹੋਣ, ਉਹ ਸਾਨੂੰ ਫਲ ਤਾਂ ਮਿਲਣਾ ਹੈ। ਅਤੇ ਮਹਾਰਾਜ ਨੇ ਸਾਨੂੰ ਸਮਝਾ ਦਿੱਤਾ ਕਿ ਜਿਹਾ ਬੀਜੈ ਸੋ ਲੁਣੈ ਕਰਮਾ ਸੰਧੜਾ ਖੇਤ, ਕਿ ਜਿਹੋ ਜਿਹਾ ਕਰਮ ਅਸੀਂ ਬੀਜਦੇ ਹਾਂ ਉਹ ਸਾਨੂੰ ਫਲ ਵੱਢਣਾ ਪੈਂਦਾ ਹੈ। ਅਤੇ ਮਹਾਰਾਜ ਨੇ ਸਾਨੂੰ ਸਮਝਾ ਦਿੱਤਾ, ਕਹਿੰਦੇ ਕਿ ਅਸੀਂ ਦੋਸ਼ ਕਦੇ ਕਿਸੇ ਨੂੰ ਦੇ ਨਹੀਂ ਸਕਦੇ। ਦੱਦਾ ਦੋਸ਼ ਨਾ ਦੇਉ ਕਿਸੈ, ਦੋਸ਼ ਕਰਮਾਂ ਆਪਣੇ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੈ ਅਵਰਜਨਾ। ਜੋ ਵੀ ਸਾਨੂੰ ਦੁੱਖ ਸੁੱਖ ਇਸ ਸੰਸਾਰ ਵਿੱਚ ਮਿਲਦਾ ਹੈ ਉਹ ਸਾਡਾ ਆਪਣੇ ਕਰਮਾਂ ਦਾ ਮੁਤਾਬਕ ਆ। ਜੋ ਅਸੀਂ ਕਰਮ ਕਰਦੇ ਹਾਂ ਉਹਦੇ ਦੁਆਰਾ ਸਾਨੂੰ ਦੁੱਖ ਸੁੱਖ ਮਿਲਦਾ ਹੈ। ਅਸੀਂ ਕਿਸੇ ਨੂੰ ਦੋਸ਼ ਨਹੀਂ ਦੇ ਸਕਦੇ, ਕਰਮ ਸਾਡੇ ਆਪਣੇ ਹੁੰਦੇ ਆ। ਜਿਵੇਂ ਪਿਛਲੀ ਵਾਰ ਵੀ ਵਿਚਾਰ ਕੀਤੀ ਸੀਗੀ, ਜੇਕਰ ਅਸੀਂ ਆਪਣੇ ਅੰਦਰੋਂ ਦੁਬਿਧਾ ਮਿਟਾ ਲਈਏ, ਦੂਜਿਆਂ ਨੂੰ ਖਿਮਾ ਕਰੀਏ, ਤਾਂ ਸਾਨੂੰ ਇਹ ਜਿਹੜੇ ਕਰਮ ਆ ਇਹਨਾਂ ਦੇ ਨਿਯਮ ਆ ਕਿ ਫਲ ਵੱਢਣਾ ਪੈਂਦਾ। ਉਹ ਕਰਮਾਂ ਦੇ ਦੁੱਖ ਤੋਂ ਬਚ ਵੀ ਸਕਦੇ ਹਾਂ। ਜਿਹਨੂੰ ਮਹਾਰਾਜ ਕਹਿੰਦੇ ਆ ਦੁਬਿਧਾ ਮੇਟ ਖਿਮਾ ਗਹਿ ਰਿਓ, ਕਰਮ ਧਰਮ ਕੀ ਸੂਲ ਨਾ ਸਹਿਓ। ਅਤੇ ਇੱਥੇ ਭਗਤ ਸਧਨਾ ਜੀ ਕਹਿ ਰਹੇ ਆ, ਬੇਨਤੀ ਕਰ ਰਿਹਾ ਕਿ ਤੁਸੀਂ ਵੀ ਮੇਰੇ ਕਰਮਾਂ ਦਾ ਨਾਸ਼ ਕਰੋ। ਤਵ ਗੁਣ ਕਹਾ ਜਗਤ ਗੁਰਾ, ਜੋ ਕਰਮ ਨਾ ਨਾਸੈ, ਸਿੰਘ ਸਰਨ ਕਤ ਜਾਈਏ, ਜੋ ਜੰਬੁਕ ਗਰਾਸੈ। ਜੰਬੁਕ ਕਹਿ ਦਿੱਤਾ ਗਿੱਦੜ ਨੂੰ, ਅਤੇ ਇੱਥੇ ਸਿੰਘ ਕਹਿ ਦਿੱਤਾ ਆ। ਸਿੰਘ ਹੁੰਦਾ ਸ਼ੇਰ, ਸਿੰਘ ਪ੍ਰਮਾਤਮਾ ਨੂੰ ਇੱਥੇ ਫਿਰ ਕਿਹਾ ਹੋਇਆ। ਅਤੇ ਭਗਤ ਸਧਨਾ ਜੀ ਸਾਨੂੰ ਦੱਸ ਰਹੇ ਨੇ, ਕਹਿੰਦੇ ਕਿ ਜਦੋਂ ਅਸੀਂ ਤੁਹਾਡੀ ਸ਼ਰਨ ਵਿੱਚ ਜਾਂਦੇ ਹਾਂ ਅਤੇ ਸਾਨੂੰ ਇਹ ਗਿੱਦੜ ਜਿਹੜੇ ਆ ਸਾਡੇ ਅੰਦਰ ਤੰਗ ਕਰੀ ਜਾਂਦੇ। ਗਿੱਦੜ ਕਿਹੜੇ ਨੇ ਭਲਾ? ਇਹ ਹੈ ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ। ਇਹ ਸਾਡੇ ਅੰਦਰ ਗਿੱਦੜ ਨੇ। ਮਹਾਰਾਜ ਨੇ ਗੁਰਬਾਣੀ ਵਿੱਚ ਸਾਨੂੰ ਸਮਝਾ ਦਿੱਤਾ ਕਿ ਇਹ ਇੱਥੇ ਜੰਬੁਕ ਕਹਿ ਦਿੱਤਾ ਆ, ਇਹਨਾਂ ਨੂੰ ਸਿਆਰ ਵੀ ਕਿਹਾ ਹੋਇਆ ਹੈ। ਇਹਨਾਂ ਨੂੰ ਇੰਗਲਿਸ਼ ਵਿੱਚ ਜੈਕਲ ਕਹਿੰਦੇ ਆ ਗਿੱਦੜ ਨੂੰ। ਅਤੇ ਕਹਿੰਦੇ ਜਾ ਕੇ ਨਾਮ ਸੁਣੀਐ ਜਮ ਛੋੜੈ, ਤਾਂ ਕਿ ਸਰਨ ਨਾ ਪਾਵਸ ਰੇ। ਮਹਾਰਾਜ ਸਾਨੂੰ ਸਮਝਾਉਂਦੇ ਗੁਰਬਾਣੀ ਵਿੱਚ, ਕਹਿੰਦੇ ਕਿ ਜਿਹਦਾ ਨਾਮ ਹਰੀ ਦਾ ਨਾਮ ਸੁਣ ਕੇ ਜਮ ਸਾਨੂੰ ਛੱਡ ਦਿੰਦਾ ਆ, ਉਹਦੀ ਸਰਨ ਵਿੱਚ ਕਿਉਂ ਨਹੀਂ ਅਸੀਂ ਪੈਂਦੇ। ਜਾ ਕੇ ਨਾਮ ਸੁਣੀਐ ਜਮ ਛੋੜੈ, ਤਾਂ ਕਿ ਸਰਨ ਨਾ ਪਾਵਸ ਰੇ। ਕਾਢ ਦੇ ਸਿਆਲ ਬਪਰੇ ਕੋ, ਤਾਂ ਕਿ ਓਟ ਟਿਕਾਵਸ ਰੇ। ਕਹਿੰਦੇ ਕਿ ਇਹ ਜਿਹੜੇ ਗਿੱਦੜ ਨੇ ਸਾਡੇ ਅੰਦਰ, ਇਹਨਾਂ ਨੂੰ ਪਾਸੇ ਕਰ ਦਿਓ ਅਤੇ ਤੁਸੀਂ ਪਰਮਾਤਮਾ ਦੀ ਸ਼ਰਨ ਵਿੱਚ ਜਾਓ। ਇੱਦਾਂ ਹੀ ਭਗਤ ਸਧਨਾ ਜੀ ਨੇ ਫਿਰ ਕਿਹਾ ਹੋਇਆ, ਕਹਿੰਦੇ ਕਿ ਜਦੋਂ ਅਸੀਂ ਸ਼ੇਰ ਦੀ ਸ਼ਰਨ ਵਿੱਚ ਜਾਂਦੇ ਅਤੇ ਗਿੱਦੜ ਸਾਨੂੰ ਤੰਗ ਕਰੀ ਜਾਂਦੇ, ਫਿਰ ਜੇ ਅਸੀਂ ਸ਼ਰਨ 'ਚ ਗਏ ਤਾਂ ਤੁਸੀਂ ਸਾਡੀ ਰਾਖੀ ਨਹੀਂ ਕੀਤੀ, ਫਿਰ ਸ਼ਰਨ ਵਿੱਚ ਜਾਣ ਦਾ ਕੀ ਫਾਇਦਾ ਹੋਊਗਾ। ਸਿੰਘ ਸਰਨ ਕਤ ਜਾਈਐ, ਜੋ ਜੰਬੁਕ ਗਰਾਸੈ। ਰਹਾਓ। ਫਿਰ ਉਦਾਹਰਨ ਦਿੰਦੇ ਆ, ਏਕ ਬੂੰਦ ਜਲ ਕਾਰਨੇ ਚਾਤਰਿਕ ਦੁੱਖ ਪਾਵੈ। ਕਿ ਇੱਕ ਬੂੰਦ ਲਈ, ਜਿਹੜੀ ਸਵਾਂਤੀ ਬੂੰਦ ਆ, ਉਹਨੂੰ ਹਾਸਲ ਕਰਨ ਲਈ ਜਿਹੜਾ ਚਾਤਰਿਕ ਆ ਉਹ ਦੁੱਖ ਪਾਉਂਦਾ ਆ। ਉਹ ਬਬੀਹਾ ਉਹਨੂੰ ਕਹਿ ਦਿੱਤਾ ਆ। ਉਹ ਸਵਾਂਤੀ ਬੂੰਦ ਚਾਹੁੰਦਾ ਆ,
ਉਹ ਕਸ਼ਟ ਉਠਾਉਂਦਾ ਹੈ ਕਿ ਸਵਾਂਤੀ ਬੂੰਦ ਮੈਨੂੰ ਮਿਲੇ ਅਤੇ ਮੇਰੇ ਮੁੱਖ 'ਚ ਪੈ ਜਾਏ ਉਹ ਸਵਾਂਤੀ ਬੂੰਦ, ਅਤੇ ਮੈਨੂੰ ਤ੍ਰਿਪਤੀ ਆ ਜਾਏ। ਅਤੇ ਇਹ ਜਿਹੜਾ ਬਬੀਹਾ ਆ, ਇਹਦੀਆਂ ਅਨੇਕਾਂ ਉਦਾਹਰਨਾਂ ਮਹਾਰਾਜ ਨੇ ਗੁਰਬਾਣੀ ਵਿੱਚ ਸਾਨੂੰ ਦਿੱਤੀਆਂ। ਜਿਵੇਂ ਪਹਿਲਾਂ ਵੀ ਸ਼ੁਰੂ ਦੇ ਵਿੱਚ ਦੱਸਿਆ ਹੋਇਆ ਸੀ ਕਿਵੇਂ ਉਪਕਾਰ ਕਰਦਾ। ਮਹਾਰਾਜ ਨੇ ਸਾਨੂੰ ਗੁਰਬਾਣੀ ਵਿੱਚ ਸਮਝਾ ਦਿੱਤਾ, ਕਹਿੰਦੇ ਕਿ ਇਹ ਜਿਹੜਾ ਬਬੀਹਾ ਆ ਇਹ ਬੋਲਦਾ ਆ ਕਿ ਇਸ ਤਰੀਕੇ ਦੇ ਨਾਲ ਕਿ ਮੀਂਹ ਜਿਹੜਾ ਵਰਸੇ। ਮਹਾਰਾਜ ਗੁਰਬਾਣੀ ਸਾਨੂੰ ਸਮਝਾਉਂਦੇ, ਕਹਿੰਦੇ ਚਾਤਰਕ ਮੀਨ ਜਲ ਹੀ ਤੇ ਸੁਖ ਪਾਵੇ, ਸਾਰੰਗ ਸ਼ਬਦ ਸੁਹਾਏ, ਰੈਨ ਬਬੀਹਾ ਬੋਲਿਓ ਮੇਰੀ ਮਾਈ। ਇੱਥੇ ਮਹਾਰਾਜ ਨੇ ਕਿਹਾ ਹੈ ਕਿ ਚਾਤਰਕ ਜਿਹੜਾ ਹੁੰਦਾ ਆ ਅਤੇ ਜਿਹੜੀ ਮੱਛੀ ਆ, ਇਹਨਾਂ ਨੂੰ ਜਲ ਤੋਂ ਹੀ ਸੁੱਖ ਮਿਲਦਾ ਆ। ਅਤੇ ਫਿਰ ਮਹਾਰਾਜ ਕਹਿੰਦੇ ਆ ਚਾਤਰਕ ਮੀਨ ਜਲ ਹੀ ਤੇ ਸੁਖ ਪਾਵੇ, ਸਾਰੰਗ ਸ਼ਬਦ ਸੁਹਾਏ, ਰੈਨ ਬਬੀਹਾ ਬੋਲਿਓ ਮੇਰੀ ਮਾਏ। ਕਿ ਰਾਤ ਫੇਰ ਪਰ ਉਹ ਬਬੀਹਾ ਬੋਲਦਾ ਆ। ਇੱਥੇ ਪਹਿਲਾਂ ਜਿੱਥੇ ਸਾਰੰਗ ਸ਼ਬਦ ਸੁਹਾਈ ਕਿਹਾ ਹੋਇਆ ਆ, ਸ਼ਬਦ ਕਹਿ ਦਿੱਤਾ ਆ, ਜਿਹੜਾ ਸਾਨੂੰ ਉਦਾਹਰਨ ਮਹਾਰਾਜ ਨੇ ਦਿੱਤੀ ਹੋਈ ਕਿ ਜਿਵੇਂ ਅਸੀਂ ਅੰਤਰਗਤ ਸ਼ਬਦ ਸੁਣਨਾ ਆ, ਇੱਦਾਂ ਹੀ ਜਿਹੜਾ ਹਿਰਨ ਆ ਬਾਹਰ ਵੀ ਉਹ ਸ਼ਬਦ ਸੁਣਦਾ ਆ। ਉਹ ਬਾਹਰਲੇ ਸ਼ਬਦ ਨੂੰ ਸੁਣਦਾ ਆ ਅਤੇ ਉਹ ਉਹਦਾ ਪਿੱਛਾ ਕਰਦਾ। ਪਰ ਜਦੋਂ ਅਸੀਂ ਅੰਤਰਗਤ ਸ਼ਬਦ ਸੁਣਦੇ ਹਾਂ ਅਤੇ ਅਸੀਂ ਸ਼ਬਦ ਵਿੱਚ ਸਮਾ ਕੇ ਪ੍ਰਮਾਤਮਾ ਨੂੰ ਮਿਲਾਪ ਕਰ ਲੈਂਦੇ ਹਾਂ। ਉਂਝ ਫਿਰ ਕਿ ਰੈਨ ਬਬੀਹਾ ਬੋਲਿਓ ਮੇਰੀ ਮਾਈ। ਅਤੇ ਦੱਸਦੇ ਨੇ ਕਿ ਜਿਹੜਾ ਬਬੀਹਾ ਹੁੰਦਾ ਚਾਤਰਕ ਰੇਨਬਰਡ, ਉਹ ਜਦੋਂ ਉੱਡਦਾ ਆ ਆਕਾਸ਼ ਵਿੱਚ ਅਤੇ ਉਹਦੇ ਇੱਥੇ ਨੈਕ ਦੇ ਵਿੱਚ, ਗਰਦਨ ਵਿੱਚ ਇੱਕ ਮੋਰੀ ਹੁੰਦੀ ਆ, ਅਤੇ ਉਹ ਜਦੋਂ ਉਡਾਰੀ ਮਾਰਦਾ ਆ ਅਤੇ ਉਹ ਜਦੋਂ ਮੀਂਹ ਪੈਂਦਾ ਹੈ ਤਾਂ ਉਹ ਪੁੱਠਾ ਹੁੰਦਾ ਹੈ ਕਿ ਮੇਰੇ ਇਸ ਜਿੱਥੇ ਥੱਲੇ ਉਹਦੇ ਛੇਕ ਹੁੰਦਾ ਆ, ਉਹ ਛੇਕ ਦੇ ਵਿੱਚ ਸਵਾਂਤੀ ਬੂੰਦ ਪੈ ਜਾਏ, ਮੈਨੂੰ ਤ੍ਰਿਪਤੀ ਆ ਜਾਏ। ਅਤੇ ਉਹ ਫਿਰ ਇਸ ਤਰੀਕੇ ਦੇ ਨਾਲ ਆਵਾਜ਼ ਵੀ ਦਿੰਦਾ ਹੈ, ਪ੍ਰਿਉ ਕਰਦਾ ਹੈ ਕਿ ਜਿੰਨਾ ਚਿਰ ਤੱਕ ਉਹ ਮੀਂਹ ਨਾ ਪਵੇ। ਮਹਾਰਾਜ ਨੇ ਫਿਰ ਕਹਿ ਦਿੱਤਾ ਚਾਤਰਕ ਚਾਹਤ ਮੇਹੋ। ਫਿਰ ਇੱਥੇ ਗੁਰਬਾਣੀ ਵਿੱਚ ਕਈ ਜਾਨਵਰਾਂ ਦੀਆਂ ਉਦਾਹਰਨਾਂ ਦਿੱਤੀਆਂ, ਕਹਿੰਦੇ ਕਰੰਕ ਨਾਦਾ ਨੇਹੋ, ਜਿਹੜਾ ਫਿਰ ਹਿਰਨ ਦੀ ਗੱਲ ਆ ਗਈ ਕਿ ਉਹ ਨਾਦ ਦੀ ਆਵਾਜ਼ ਸੁਣਨਾ ਚਾਹੁੰਦਾ ਹੁੰਦਾ ਬਾਹਰੋਂ। ਚਾਤਰਕ ਚਾਹਤ ਮੇਹੋ, ਕਿ ਜਿਹੜਾ ਚਾਤਰਕ ਆ, ਬਬੀਹਾ ਆ, ਜਿਹੜਾ ਮੀਂਹ ਆ, ਉਹ ਚਾਹੁੰਦਾ ਆ, ਰੇਨ ਚਾਹੁੰਦਾ ਆ। ਜਨ ਜੀਵਨਾ ਸਤਸੰਗ ਗੋਬਿੰਦ ਭਜਨਾ ਰੰਗ, ਜਿਹੜੇ ਗੁਰਮੁਖ ਜਨ ਹੁੰਦੇ ਆ, ਭਗਤ ਹੁੰਦੇ ਆ, ਉਹ ਚਾਹੁੰਦੇ ਆ ਸਤਸੰਗਤ ਸਾਨੂੰ ਮਿਲੇ ਅਤੇ ਉਹ ਗੋਬਿੰਦ ਦੇ ਭਜਨ ਦੇ ਵਿੱਚ ਰੰਗੇ ਜਾਂਦੇ ਆ। ਹੁਣ ਕਈ ਜਗ੍ਹਾ ਇੱਥੇ ਗੁਰਬਾਣੀ 'ਚ ਤੁਸੀਂ ਨੋਟ ਕਰ ਲਿਓ, ਕਈ ਜਗ੍ਹਾ ਇੱਥੇ ਫਿਰ ਸਾਰੰਗ ਦਾ ਉੱਥੇ ਇੱਕ ਸ਼ਬਦ ਵਿੱਚ ਹਿਰਨ ਅਰਥ ਕੀਤਾ ਸੀ, ਕਈ ਜਗ੍ਹਾ ਫਿਰ ਸਾਰੰਗ ਦਾ ਅਰਥ ਚਾਤਰਕ ਨੂੰ ਹੀ ਕਹਿ ਦਿੱਤਾ ਆ, ਬਬੀਹੇ ਨੂੰ ਕਹਿ ਦਿੱਤਾ ਆ। ਜਿਹਨੂੰ ਮਹਾਰਾਜ ਕਹਿੰਦੇ ਕਿਰਪਾ ਜਲ ਦੇ ਨਾਨਕ ਸਾਰੰਗ ਕੋ ਹੋਏ ਜਾਤੇ ਤੇਰੇ ਨਾਮੇ ਵਾਸਾ। ਫਿਰ ਮਹਾਰਾਜ ਨੇ ਸਾਨੂੰ ਉਦਾਹਰਨ ਦਿੱਤੀ ਹੈ, ਕਹਿੰਦੇ ਬਬੀਹੇ ਦੀ, ਕਹਿੰਦੇ ਰੇ ਮਨ ਐਸੀ ਹਰ ਸਿਉ ਪ੍ਰੀਤ ਕਰ, ਜੈਸੀ ਚਾਤਰਕ ਮੇਹ ਸਰ ਭਰ ਥਲ ਹਰਿਆਵਲੇ, ਇੱਕ ਬੂੰਦ ਨਾ ਪਵੀ ਕੇ। ਕਹਿੰਦੇ ਕਿ ਭਾਵਾਂ ਸਮੁੰਦਰਾਂ ਦੇ ਰੂਪ ਦੇ ਵਿੱਚ ਬੜਾ ਪਾਣੀ ਆ, ਜਿਹੜਾ ਚਾਤਰਕ ਹੁੰਦਾ ਹੈ ਉਹ ਚਾਹੁੰਦਾ ਹੈ ਕਿ ਸਵਾਂਤੀ ਬੂੰਦ ਮਿਲੇ ਮੀਂਹ ਦੇ ਵਿੱਚ, ਕੋਸ਼ਿਸ਼ ਕਰਦਾ ਕਿ ਮੈਨੂੰ ਉਹ ਤ੍ਰਿਪਤੀ ਮਿਲੇ ਮੀਂਹ ਦੇ ਪਾਣੀ ਦੇ ਵਿੱਚ, ਹੁਣ ਜਿਹੜੀ ਸਵਾਂਤੀ ਬੂੰਦ ਮਿਲੇ। ਫਿਰ ਦੱਸਦੇ ਨੇ ਮਹਾਰਾਜ ਨੇ ਕਿਹਾ ਬਬੀਹਾ ਅੰਮ੍ਰਿਤ ਵੇਲੇ ਬੋਲਿਆ ਤਾਂ ਦਰ ਸੁਣੀ ਪੁਕਾਰ, ਕਿ ਬਬੀਹਾ ਜਦੋਂ ਇੱਦਾਂ ਆਵਾਜ਼ ਦਿੰਦਾ, ਜਿਵੇਂ ਅਸੀਂ ਮਹਾਰਾਜ ਨੇ ਦੱਸਿਆ ਹੈ ਕਿ ਪ੍ਰਭਾਤ ਦੇ ਸਮੇਂ ਜਦੋਂ ਉੱਠਦੇ ਹਾਂ ਅਤੇ ਪਰਮਾਤਮਾ ਨੂੰ ਆਵਾਜ਼ ਦਿੰਦੇ ਹਾਂ। ਪ੍ਰਭਾਤ ਦਾ ਸਮਾਂ ਹੁੰਦਾ ਹੈ ਸਵੇਰੇ ਸਵੇਰੇ, ਜਦੋਂ ਐਨ ਸ਼ਾਂਤੀ ਹੁੰਦੀ ਹੈ ਅਤੇ ਮਨ ਟਿਕਾਓ ਦੇ ਵਿੱਚ ਛੇਤੀ ਆਉਂਦਾ ਹੈ। ਅੰਮ੍ਰਿਤ ਵੇਲਾ ਕੋਈ ਵੀ ਵੇਲਾ ਜਦੋਂ ਅਸੀਂ ਸੱਚੇ ਨਾਮ ਦੇ ਨਾਲ ਜੁੜਦੇ ਹਾਂ, ਵਡਿਆਈ ਵਿਚਾਰ ਪਰਮਾਤਮਾ ਦੇ ਕਰਦੇ, ਉਹ ਸਾਰਾ ਹੀ ਅੰਮ੍ਰਿਤ ਵੇਲਾ ਹੁੰਦਾ, ਭਾਵੇਂ ਕਿਸੇ ਵੀ ਟਾਈਮ 'ਤੇ ਹੋਵੇ। ਜਿਹਨੂੰ ਮਹਾਰਾਜ ਕਹਿੰਦੇ ਅੰਮ੍ਰਿਤ ਵੇਲਾ ਸੱਚ ਨਾਮ ਵਡਿਆਈ ਵਿਚਾਰ। ਖਾਸ ਕਰਕੇ ਜਿਹੜੇ ਭਗਤ ਜਨ ਆ ਉਹ ਅਰਲੀ ਉੱਠਦੇ ਨੇ, ਪ੍ਰਭਾਤ ਸਮਾਂ ਹੁੰਦਾ ਆ ਅਤੇ ਉਸ ਵੇਲੇ ਸ਼ਾਂਤੀ ਬੜੀ ਹੁੰਦੀ ਹੈ ਅਤੇ ਮਨ ਬਹੁਤ ਛੇਤੀ ਟਿਕਾਓ ਦੇ ਵਿੱਚ ਆਉਂਦਾ ਹੈ। ਇੱਦਾਂ ਹੀ ਮਹਾਰਾਜ ਨੇ ਕਹਿ ਦਿੱਤਾ ਕਿ ਉਹਨੂੰ ਵੀ ਫਿਰ ਅੰਮ੍ਰਿਤ ਵੇਲਾ ਇਸ ਤਰੀਕੇ ਨਾਲ ਗੁਰਬਾਣੀ 'ਚ ਸਮਝਾਇਆ ਹੈ ਕਿ ਬਬੀਹਾ ਵੀ ਉਸ ਅੰਮ੍ਰਿਤ ਵੇਲੇ ਅਰਲੀ ਮੋਰਨਿੰਗ ਦੇ ਵਿੱਚ ਆਵਾਜ਼ ਦਿੰਦਾ ਆ। ਬਬੀਹਾ ਅੰਮ੍ਰਿਤ ਵੇਲੇ ਬੋਲਿਆ ਤਾਂ ਦਰ ਸੁਣੀ ਪੁਕਾਰ, ਮੇਘੇ ਨੂੰ ਫਰਮਾਨ ਹੋਆ ਵਰਸੋ ਕਿਰਪਾ ਧਾਰ। ਜਦੋਂ ਇਹ ਆਵਾਜ਼ ਦਰ 'ਤੇ ਪਹੁੰਚਦੀ ਹੈ ਤਾਂ ਜਿਹੜਾ ਬਬੀਹਾ ਆ ਉਹਦੇ ਲਈ ਮਹਾਰਾਜ ਹੁਕਮ ਕਰ ਦਿੰਦੇ ਆ ਕਿ ਮੀਂਹ ਵਰਸੇ,
ਬੱਦਲ ਨੂੰ ਹੁਕਮ ਸਿੱਧਾ ਕਰ ਦਿੰਦੇ ਆ ਅਤੇ ਉਹ ਮੀਂਹ ਵਰਸਦਾ ਆ ਅਤੇ ਬਬੀਹਾ ਜਿਹੜਾ ਆ ਉਹਨੂੰ ਅੰਮ੍ਰਿਤ ਸਵਾਂਤੀ ਬੂੰਦ ਜਿਹੜੀ ਆ ਉਹ ਪ੍ਰਾਪਤੀ ਹੋ ਜਾਂਦੀ ਹੈ ਉਸ ਮੀਂਹ ਦੇ ਵਿੱਚੋਂ, ਜਿਸ ਦੁਆਰਾ ਉਹਨੂੰ ਤ੍ਰਿਪਤੀ ਮਿਲਦੀ ਹੈ, ਸ਼ਾਂਤ ਹੋ ਜਾਂਦਾ ਹੈ। ਅਤੇ ਮਹਾਰਾਜ ਨੇ ਫਿਰ ਗੁਰਬਾਣੀ 'ਚ ਇੱਥੇ ਉਦਾਹਰਨ ਦਿੱਤੀ ਹੋਈ ਭਗਤ ਸਤਨਾਮ ਜੀ ਦੇ ਸ਼ਬਦ ਵਿੱਚ ਕਿ ਏਕ ਬੂੰਦ ਜਲ ਕਾਰਨੈ ਚਾਤਰਕ ਦੁੱਖ ਪਾਵੈ, ਕਿ ਉਹ ਸਵਾਂਤੀ ਬੂੰਦ ਚਾਹੁੰਦਾ ਹੈ ਅਤੇ ਉਸ ਨੂੰ ਹਾਸਲ ਕਰਨ ਲਈ ਦੁੱਖ ਪਾਉਂਦਾ ਆ, ਆਵਾਜ਼ ਦਿੰਦਾ ਆ, ਉੱਡਦਾ ਪਿਆ ਆ ਮੀਂਹ ਦੇ ਵਿੱਚ। ਪ੍ਰਾਣ ਗਏ ਸਾਗਰ ਮਿਲੇ ਫੁਨ ਕਾਮ ਨਾ ਆਵੈ, ਕਹਿੰਦੇ ਕਿ ਜੇਕਰ ਸਾਡੇ ਪ੍ਰਾਣ ਚਲੇ ਜਾਣ, ਉਹ ਬਬੀਹੇ ਦੀ ਉਦਾਹਰਨ ਦਿੱਤੀ ਹੋਈ ਹੈ ਕਿ ਜੇਕਰ ਉਹ ਬਬੀਹਾ ਪ੍ਰਾਣ ਛੱਡ ਜਾਏ, ਕਹਿੰਦੇ ਉੱਥੇ ਸਾਗਰ ਭਾਵਾਂ ਹੋਵੇ ਸਵਾਂਤੀ ਬੂੰਦ ਦਾ, ਅਤੇ ਕਹਿੰਦੇ ਕਿ ਉਹ ਕੋਈ ਕੰਮ ਨਹੀਂ ਆਉਣਾ। ਫਿਰ ਮਹਾਰਾਜ ਦੱਸਦੇ ਕਹਿੰਦੇ ਪ੍ਰਾਣ ਜੋ ਥਾਕੇ ਥਿਰ ਨਹੀਂ ਕੈਸੇ ਬਿਰਮਾਵੋ, ਕਹਿੰਦੇ ਕਿ ਜਿਹੜਾ ਸਮਾਂ ਸਾਡਾ ਇਸ ਸੰਸਾਰ ਵਿੱਚ ਚੱਲਦਾ ਜਾ ਰਿਹਾ ਆ, ਜਿਹੜੇ ਮੌਤ ਆ ਉਹ ਨੇੜੇ ਆ ਰਹੀ ਆ, ਅਤੇ ਪ੍ਰਾਣ ਜਿਹੜੇ ਆ ਉਹਨਾਂ ਨੇ ਖਤਮ ਹੋ ਜਾਣਾ, ਸਵਾਸ ਜਿਹੜੇ ਖਤਮ ਹੋ ਜਾਣੇ ਆ। ਪ੍ਰਾਣ ਜੋ ਥਾਕੇ ਥਿਰ ਨਹੀਂ ਕੈਸੇ ਬਿਰਮਾਵੋ, ਕਹਿੰਦੇ ਬਿਰਮਾਵੋ ਮਤਲਬ ਧੀਰਜ, ਕਹਿੰਦੇ ਧੀਰਜ ਕਿਵੇਂ ਰੱਖਾਂ ਜਦੋਂ ਐਂਡ ਆ ਰਿਹਾ ਆ। ਬੂੜ ਮੂਏ ਨੌਕਾ ਮਿਲੇ ਕਹੋ ਕਾਹੇ ਚੜਾਵੋ, ਕਹਿੰਦੇ ਕਿ ਜੇ ਜੀਵ ਡੁੱਬ ਜਾਏ, ਬਾਅਦ 'ਚ ਉਹਨੂੰ ਬੇੜੀ ਉਹਦੇ ਲਾਗੇ ਆ ਜਾਏ, ਅਤੇ ਕਹਿੰਦੇ ਫਿਰ ਕਿਵੇਂ ਉਹ ਚੜ੍ਹੇਗਾ ਉਸ ਬੇੜੀ ਦੇ ਵਿੱਚ। ਇੱਦਾਂ ਹੀ ਸਾਡਾ ਜਿਹੜਾ ਮਨ ਆ, ਜੇਕਰ ਅਸੀਂ ਉਸ ਨਾਮ ਨਾਲ ਜੁੜਦੇ ਨਹੀਂ, ਅਸੀਂ ਭਵ ਸਾਗਰ ਵਿੱਚ ਡੁੱਬ ਜਾਂਦੇ ਹਾਂ, ਅਤੇ ਉਹ ਫਿਰ ਨਾਮ ਦਾ ਆਸਰਾ ਅਸੀਂ ਕਿਵੇਂ ਲਵਾਂਗੇ ਜੇ ਅਸੀਂ ਮਿਹਨਤ ਨਹੀਂ ਕਰਦੇ, ਜਾਂ ਅਸੀਂ ਇਸ ਮਾਰਗ 'ਤੇ ਚੱਲਣ ਦੀ ਕੋਸ਼ਿਸ਼ ਹੀ ਨਹੀਂ ਕਰਦੇ, ਡੁੱਬੇ ਪਏ ਹਾਂ ਲਹਿਰਾਂ ਦੇ ਵਿੱਚ ਅਤੇ ਤ੍ਰੈਗੁਣਾਂ ਦੇ ਵਿੱਚ, ਅਤੇ ਫਿਰ ਅਸੀਂ ਉਸ ਬੇੜੇ 'ਤੇ ਸਵਾਰ ਕਿਵੇਂ ਹੋਣਾ। ਸਾਨੂੰ ਲਿਵ ਦਾ ਰਾਹ ਅਖਤਿਆਰ ਕਰਨਾ ਪੈਣਾ, ਅਰਥਾਤ ਕਿ ਇੱਥੋਂ ਨਿਕਲਣਾ। ਫਿਰ ਭਗਤ ਸਤਨਾਮ ਜੀ ਦੱਸਦੇ ਕਹਿੰਦੇ ਮੈਂ ਨਾਹੀਂ ਕਛ ਹੋ ਨਾਹੀਂ ਕਿਛ ਆਹੇ ਨਾ ਮੋਰਾ, ਕਹਿੰਦੇ ਕਿ ਮੈਂ ਕੁਝ ਵੀ ਨਹੀਂ, ਮੇਰਾ ਵੀ ਕੁਛ ਵੀ ਨਹੀਂ, ਮੈਂ ਕਿਸੇ ਚੀਜ਼ ਦਾ ਇੱਥੇ ਮਾਲਕ ਨਹੀਂ ਹੈਗਾ, ਮੈਂ ਕੁਝ ਨਹੀਂ, ਮੇਰੇ ਕੋਲ ਕੁਝ ਨਹੀਂ। ਮੈਂ ਨਾਹੀਂ ਕਛ ਹੋ ਨਹੀਂ ਕਿਛ ਆਹੇ ਨਾ ਮੋਰਾ, ਅਵਸਰ ਲੱਜਾ ਰਾਖ ਲਿਓ ਸਦਨਾ ਜਨ ਤੋਰਾ, ਕਿ ਹਜੇ ਸਮਾਂ ਆ, ਤੁਸੀਂ ਕਿਰਪਾ ਕਰਕੇ ਮੈਨੂੰ ਰੱਖ ਲਓ, ਮੈਂ ਤੁਹਾਡਾ ਜਾਣਿਆ। ਇਹ ਮਹਾਰਾਜ ਨੇ ਸਾਨੂੰ ਹੁਣ ਗੁਰਬਾਣੀ ਉਚਾਰਨ ਕੀਤੀ ਜਾਂਦੀ ਹੈ ਜਦੋਂ ਗੁਰਮੁਖ ਜਨ ਨਾਦ ਵਿੱਚ ਸਮਾ ਜਾਂਦੇ ਆ ਅਤੇ ਪ੍ਰਮਾਤਮਾ ਦੇ ਸਨਮੁਖ ਹੁੰਦੇ ਆ, ਜਿਹਨੂੰ ਮਹਾਰਾਜ ਕਹਿੰਦੇ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਿਹਾ ਸਮਾਏ। ਜਿਹੜੇ ਗੁਰਮੁਖ ਜਨ ਆ ਉਹ ਨਾਦ ਵਿੱਚ ਸਮਾ ਜਾਂਦੇ ਆ ਅਤੇ ਉਹ ਫਿਰ ਪਰਮਾਤਮਾ ਨਾਲ ਬਚਨ ਕਰਦੇ ਆ, ਉਹ ਗੁਰਬਾਣੀ ਦਾ ਰੂਪ ਧਾਰਨ ਕਰਦਾ। ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਿਹਾ ਸਮਾਏ, ਵੇਦ ਕਿਹਾ ਹੋਇਆ ਚੌਥੇ ਪਦ ਦੀ ਬਾਣੀ ਨੂੰ, ਗੁਰਬਾਣੀ ਚੌਥੇ ਪਦ ਦੀ ਬਾਣੀ ਹੈ। ਨਾਦ ਵਿੱਚ ਸਮਾ ਕੇ ਗੁਰਮੁਖ ਜਨ ਜਿਹੜੇ ਆ ਉਸ ਨੂੰ ਉਚਾਰਨ ਕਰਦੇ ਆ। ਇਹ ਫਿਰ ਸ਼ਬਦ ਉਚਾਰਨ ਕੀਤੇ ਹੋਏ ਆ ਸਾਨੂੰ ਸਮਝਾਉਣ ਖਾਤਰ, ਸਾਨੂੰ ਸਮਝਾਉਣ ਵਾਸਤੇ ਕਿ ਅਸੀਂ ਕਿਵੇਂ ਪ੍ਰਮਾਤਮਾ ਅੱਗੇ ਬੇਨਤੀ ਕਰਨੀ ਆ। ਹੁਣ ਜਿਵੇਂ ਗੁਰਬਾਣੀ ਦੇ ਵਿੱਚ ਇੱਥੇ ਭਗਤ ਸਤਨਾਮ ਜੀ ਨੇ ਬੇਨਤੀ ਕੀਤੀ, ਇੱਦਾਂ ਹੀ ਅਸੀਂ ਨਿਮਰਤਾ ਦੇ ਵਿੱਚ ਅਸੀਂ ਮਾਲਕ ਨਾਲ ਆਪਣੇ ਦਿਲ ਦੀ ਗੱਲ ਕਰ ਸਕਦੇ ਹਾਂ ਹਿਰਦੇ ਤੋਂ। ਮਹਾਰਾਜ ਨੇ ਸਾਨੂੰ ਸਮਝਾ ਦਿੱਤਾ, ਕਹਿੰਦੇ ਕਿ ਜਿਹੜਾ ਗੁਰਮੁਖ ਜਨ ਇਸ ਤਰੀਕੇ ਦੇ ਨਾਲ ਭਗਤੀ ਕਰਦਾ ਹੈ, ਇਸ ਮਾਰਗ 'ਤੇ ਤੁਰਦਾ ਆ, ਅਤੇ ਉਹਦੀ ਭੇਟ ਵੀ ਜਦੋਂ ਪ੍ਰਮਾਤਮਾ ਨਾਲ ਹੁੰਦੀ ਹੈ ਉੱਥੇ ਬੇਨਤੀ ਕਰ ਸਕਦਾ ਹੈ ਕਿ ਮੈਨੂੰ ਮੇਰੀ ਰੱਖਿਆ ਕਰੋ, ਮੈਨੂੰ ਜਮਾਂ ਤੋਂ ਪੰਜਾਂ ਦੂਤਾਂ ਤੋਂ ਬਚਾਓ। ਜਿਵੇਂ ਭਗਤ ਨਾਮਦੇਵ ਜੀ ਨੇ ਪ੍ਰਮਾਤਮਾ ਦੀ ਉਸਤਤ ਕਰਦੇ ਕਰਦੇ ਉਸ ਅਵਸਥਾ 'ਤੇ ਚਲੇ ਗਏ ਜਿੱਥੇ ਅੰਤਰਗਤ ਉਹਨਾਂ ਦੇ ਬਚਨ ਹੋਏ ਪ੍ਰਮਾਤਮਾ ਨਾਲ। ਜਦੋਂ ਉੱਥੇ ਗਏ ਤਾਂ ਸਭ ਤੋਂ ਪਹਿਲਾਂ ਆਵਾਜ਼ ਆਈ ਮਾਲਕ ਦੀ, ਅਤੇ ਉਹ ਗੁਰਬਾਣੀ ਵਿੱਚ ਅੰਕਿਤ ਆ। ਸਭ ਤੋਂ ਪਹਿਲਾਂ ਮਾਲਕ ਨੇ ਕਿਹਾ ਤੂੰ ਕੌਣ ਰੇ, ਕਿ ਤੂੰ ਕੌਣ ਆ। ਉਹ ਹੁਣ ਇਹ ਭਗਤ ਨਾਮਦੇਵ ਜੀ ਦੀ ਭਾਸ਼ਾ ਦੇ ਵਿੱਚ ਮਾਲਕ ਬੋਲੇ, ਅਤੇ ਭਗਤ ਨਾਮਦੇਵ ਜੀ ਨੇ ਕਿਹਾ ਮੈਂ ਜੀ, ਮੋਰੇ ਉੱਥੇ ਫੁੱਲ ਸਟਾਪ ਲੱਗਾ ਹੋਇਆ। ਫਿਰ ਪ੍ਰਮਾਤਮਾ ਨੇ ਕਿਹਾ ਨਾਮਾ, ਫਿਰ ਫੁੱਲ ਸਟਾਪ ਲੱਗਾ ਹੋਇਆ, ਅਤੇ ਫਿਰ ਭਗਤ ਨਾਮਦੇਵ ਜੀ ਕਹਿੰਦੇ ਹੋਣ ਜੀ। ਅਤੇ ਫਿਰ ਭਗਤ ਨਾਮਦੇਵ ਜੀ ਨੇ ਦੱਸਿਆ ਕਿ ਉਹਨਾਂ ਨੇ ਉੱਥੇ ਬੇਨਤੀ ਕੀਤੀ ਆਲਾ ਤੇ ਨਿਵਾਰਨਾ ਜਮ ਕਾਰਨ, ਕਹਿੰਦੇ ਮੈਨੂੰ ਇਹ ਮਾਇਆ ਤੋਂ ਜਮਾਂ ਤੋਂ ਬਚਾ ਲਓ। ਐਸੀ ਅਸੀਂ ਬੇਨਤੀ ਮਾਲਕ ਦੇ ਅੱਗੇ ਕਰ ਸਕਦੇ ਹਾਂ। ਇੱਦਾਂ ਹੀ ਗੁਰੂ ਅਰਜਨ ਦੇਵ ਜੀ ਨੇ ਫਿਰ ਸਾਨੂੰ ਜਾਚ ਸਮਝਾਈ
ਕਹਿੰਦੇ ਰਾਖ ਪਿਤਾ ਪ੍ਰਭ ਮੇਰੇ, ਮੋਹੇ ਨਿਰਗੁਣ ਸਭ ਗੁਣ ਤੇਰੇ ਰਹਾਓ। ਕਿ ਇਹ ਪਿਤਾ ਮਾਲਕ ਮੇਰੇ, ਮੈਨੂੰ ਰੱਖ ਲਓ, ਮੋਹੇ ਨਿਰਗੁਣ ਸਭ ਗੁਣ ਤੇਰੇ। ਕਹਿੰਦੇ ਕਿ ਹੁਣ ਜਦੋਂ ਬੇਨਤੀ ਕਰਨੀ ਹੁੰਦੀ ਮਾਲਕ ਦੇ ਅੱਗੇ, ਅਸੀਂ ਹਮੇਸ਼ਾ ਹੀ ਨਿਮਰਤਾ ਦੇ ਵਿੱਚ ਰਹਿਣਾ ਆ ਅਤੇ ਹਮੇਸ਼ਾ ਹੀ ਪਿਆਰ ਦੇ ਵਿੱਚ ਰਹਿਣਾ ਆ। ਅਤੇ ਆਪਣੀ ਅਸਲੀਅਤ ਜਿਹੜੀ ਆ ਉਹ ਇਹ ਹੈ ਕਿ ਸਾਡੇ ਵਿੱਚ ਕੀ ਹੈ, ਮਾਲਕ ਦਾ ਹੀ ਸਾਰਾ ਕੁਛ ਆ, ਅਤੇ ਅਸੀਂ ਇਸ ਨੂੰ ਅੰਡਰਸਟੈਂਡ ਕਰਨਾ ਹੈ, ਸਮਝਣਾ ਹੈ। ਮੋਹੇ ਨਿਰਗੁਣ ਸਭ ਗੁਣ ਤੇਰੇ ਰਹਾਓ, ਕਿ ਮੇਰੇ 'ਚ ਕੋਈ ਗੁਣ ਨਹੀਂ ਹੈਗਾ, ਸਾਰੇ ਗੁਣ ਤੁਹਾਡੇ ਆ। ਪੰਚ ਬਿਖਾਦੀ ਏਕ ਗਰੀਬਾ ਰਾਖੋ ਰਾਖਨਹਾਰੇ, ਕਿ ਜਿਹੜੇ 5 ਚੋਰ ਆ ਉਹ ਉਹਨਾਂ ਨੇ ਮੈਨੂੰ ਘੇਰਿਆ ਹੋਇਆ, ਮੈਂ ਗਰੀਬ ਹਾਂ। ਰਾਖੋ ਰਾਖਨਹਾਰੇ ਖੇਦ ਕਰੇ ਅਰ ਬਹੁਤ ਸੰਤਾਵੇ, ਆਇਓ ਸਰਨ ਤੁਹਾਰੇ। ਇਹ ਮੈਨੂੰ ਬੜਾ ਤੰਗ ਕਰਦੇ, ਦੁੱਖ ਦਿੰਦੇ ਆ, ਅਤੇ ਮੈਂ ਤੁਹਾਡੀ ਸ਼ਰਨ ਵਿੱਚ ਆਇਆ ਹਾਂ। ਕਰ ਕਰ ਹਾਰਿਓ ਅਨਕ ਬਹੁ ਭਾਂਤੀ, ਛੋੜਿਆ ਕਤਹੁ ਨਾਹੀਂ। ਕਹਿੰਦੇ ਕਿ ਅਸੀਂ ਬੜੀ ਮਿਹਨਤ ਕਰਦੇ ਹਾਂ, ਪਰ ਅਸੀਂ ਇਹਨਾਂ ਦੇ ਸਾਹਮਣੇ ਹਾਰ ਰਹੇ ਹਾਂ, ਇਹ ਸਾਨੂੰ ਛੱਡਦੇ ਨਹੀਂ। ਏਕ ਬਾਤ ਸੁਣ ਤਾਕੀ ਓਟਾ, ਸਾਧ ਸੰਗ ਮਿਟ ਜਾਹੇ। ਕਹਿੰਦੇ ਕਿ ਇੱਕ ਮੈਂ ਬਾਤ ਸੁਣੀ ਹੈ ਕਿ ਤੁਹਾਡੀ ਓਟ ਆ ਸਾਧ ਸੰਗਤ ਦੇ ਵਿੱਚ, ਇਹ ਜਿਹੜੇ ਆ 5 ਦੂਤ ਤੇ ਪਾਸੇ ਹਟ ਜਾਂਦੇ, ਮਿਟ ਜਾਣਗੇ। ਫਿਰ ਕਹਿੰਦੇ ਤੁਸੀਂ ਕਿਰਪਾ ਕੀਤੀ, ਮੈਨੂੰ ਸੰਤ ਮਿਲਾਇਆ। ਕਰ ਕਿਰਪਾ ਸੰਤ ਮਿਲੇ ਮੋਹੇ, ਤਿੰਨ ਤੇ ਧੀਰਜ ਪਾਇਆ। ਸੰਤ ਦੁਆਰਾ ਮੈਨੂੰ ਧੀਰਜ ਮਿਲ ਗਿਆ। ਧੀਰਜ ਸੰਤ ਦਾ ਕੰਮ ਹੀ ਹੁੰਦਾ, ਧੀਰਜ ਦਿਵਾਉਣਾ ਮਨ ਨੂੰ। ਉਹਨਾਂ ਨੇ ਸਮਝਾਉਣਾ ਹੁੰਦਾ ਕਿ ਕਿਵੇਂ ਅਸੀਂ ਇਸ ਖੇਡ ਦੇ ਵਿੱਚ ਹੁੰਦੇ ਹੋਏ ਅਸੀਂ ਇਸ ਤ੍ਰੈ ਗੁਣਾਂ ਦੇ ਵਿੱਚੋਂ ਨਿਕਲ ਸਕਦੇ ਹਾਂ, 5 ਦੂਤਾਂ ਤੋਂ ਖਹਿੜਾ ਛੁਡਾ ਸਕਦੇ ਹਾਂ। ਕਰ ਕਿਰਪਾ ਸੰਤ ਮਿਲੇ ਮੋਹੇ, ਤਿੰਨ ਤੇ ਧੀਰਜ ਪਾਇਆ। ਸੰਤੀ ਮੰਤ ਦਿਓ ਮੋਹੇ, ਨਿਰਭਉ ਗੁਰ ਕਾ ਸ਼ਬਦ ਕਮਾਇਆ। ਕਹਿੰਦੇ ਸੰਤਾਂ ਨੇ ਕੀ ਕੀਤਾ, ਉਹਨਾਂ ਨੇ ਮੈਨੂੰ ਮੰਤਰ ਜਪਾਇਆ, ਉਹਨਾਂ ਨੇ ਮੰਤਰ ਦਿੱਤਾ, ਗੁਰਮੰਤਰ ਜਿਹੜਾ ਹੈ ਗੁਰੂ ਸਾਹਿਬ ਸਾਨੂੰ ਬਖਸ਼ਦੇ ਆ। ਸੰਤ ਜਿਹੜੇ ਉਹ ਜਪਾਉਂਦੇ ਹੁੰਦੇ ਆ। ਸੰਤੀ ਮੰਤ ਦਿਓ ਮੋਹੇ, ਨਿਰਭਉ ਗੁਰ ਕਾ ਸ਼ਬਦ ਕਮਾਇਆ। ਫਿਰ ਅਸੀਂ ਜਪਿਆ, ਜਾਪ ਕੀਤਾ, ਗੁਰਮੰਤਰ ਦੀ ਆਰਾਧਨਾ ਕੀਤੀ, ਉਹਦੀ ਸ਼ਬਦ ਦੀ ਕਮਾਈ ਕੀਤੀ। ਫਿਰ ਦੱਸਦੇ ਜੀਤ ਲੈ ਓਏ ਮਹਾਂ ਬਿਖਾਦੀ, ਸਹਿਜ ਸੁਹੇਲੀ ਬਾਣੀ, ਕਹੋ ਨਾਨਕ ਮਨ ਪਿਆ ਪ੍ਰਗਾਸਾ, ਪਾਇਆ ਪਦ ਨਿਰਵਾਣੀ। ਜਿਹੜੇ 5 ਦੂਤ ਆ ਇਹਨਾਂ ਨੂੰ ਫਿਰ ਅਸੀਂ ਜਿੱਤ ਲਿਆ। ਕਿਵੇਂ? ਮਹਾਰਾਜ ਕਹਿੰਦੇ ਸਹਿਜ ਸੁਹੇਲੀ ਬਾਣੀ ਨਾਲ ਜੁੜ ਕੇ। ਜੀਤ ਲੈ ਓਏ ਮਹਾਂ ਬਿਖਾਦੀ, ਸਹਿਜ ਸੁਹੇਲੀ ਬਾਣੀ, ਉਹ ਹੈ ਅਨਹਦ ਬਾਣੀ ਸਾਡੇ ਅੰਦਰ। ਮਹਾਰਾਜ ਕਹਿੰਦੇ ਆ ਜਦੋਂ ਅਸੀਂ ਅਨਹਦ ਬਾਣੀ, ਅਨਹਦ ਸ਼ਬਦਾਂ ਨੂੰ, 5 ਸ਼ਬਦਾਂ ਨੂੰ ਸੁਣਦੇ ਹਾਂ, ਇਸ ਤਰੀਕੇ ਨਾਲ ਇਹ 5 ਦੂਤ ਜਿਹੜੇ ਸਾਡੇ ਵੱਸ ਆ ਜਾਂਦੇ ਆ। ਜਿਹਨੂੰ ਮਹਾਰਾਜ ਕਹਿੰਦੇ ਵਾਜੇ 5 ਸ਼ਬਦ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ, ਕਲਾ ਜਿਤ ਕਰ ਧਾਰਿਆ। 5 ਦੂਤ ਦਵਸ ਕਿਤੇ ਕਾਲ ਕੰਟਕ ਮਾਰਿਆ। ਅਤੇ ਮਹਾਰਾਜ ਫਿਰ ਕਹਿੰਦੇ ਕਹੋ ਨਾਨਕ ਮਨ ਪਿਆ ਪ੍ਰਗਾਸਾ, ਪਾਇਆ ਪਦ ਨਿਰਵਾਣੀ। ਮਹਾਰਾਜ ਫਿਰ ਦੱਸਦੇ ਨੇ ਕਿ ਐਸੀ ਅਵਸਥਾ ਬਣੀ, ਨਿਰਵਾਣ ਪਦ ਵੀ ਪ੍ਰਾਪਤ ਹੋ ਗਈ, ਅਤੇ ਮਨ ਦੇ ਵਿੱਚ ਜਿਹੜਾ ਅੰਤਰਗਤ ਸਾਡੇ ਪ੍ਰਕਾਸ਼ ਹੋਇਆ, ਪਰਮਾਤਮਾ ਦੇ ਦਰਸ਼ਨ ਕੀਤੇ। ਜਦੋਂ ਅਸੀਂ ਮਹਾਰਾਜ ਦੀ ਸ਼ਰਨ ਵਿੱਚ ਜਾਂਦੇ ਹਾਂ ਅਤੇ ਮਹਾਰਾਜ ਦਾ ਇਹ ਨਿਯਮ ਆ, ਉਹਨਾਂ ਦੀ ਸ਼ਰਨ ਵਿੱਚ ਆਉਂਦਾ ਉਹਦੀ ਰਾਖੀ ਕਰਦੇ ਆ। ਮਹਾਰਾਜ ਕਹਿੰਦੇ ਆ ਜੋ ਸ਼ਰਨ ਆਵੈ ਤਿਸ ਕੰਠ ਲਾਵੈ, ਇਹੋ ਬਿਰਧ ਸੁਆਮੀ ਸੰਧਾ। ਮਾਲਕ ਜਿਹੜਾ ਆ ਸਾਡਾ ਪਰਮਾਤਮਾ, ਉਹ ਸਾਡੀ ਰਾਖੀ ਕਰੂਗਾ ਜੇ ਉਹਦੀ ਸ਼ਰਨ ਵਿੱਚ ਜਾਵਾਂਗੇ। ਸੋ ਇੱਥੋਂ ਸਾਨੂੰ ਸਪਸ਼ਟ ਹੋ ਜਾਂਦਾ ਹੈ ਕਿ ਅਸੀਂ ਕਿਸ ਤਰੀਕੇ ਦੇ ਨਾਲ ਨਿਮਰਤਾ ਦੇ ਵਿੱਚ ਰਹਿ ਕੇ ਪਿਆਰ ਨਾਲ ਵਿਚਰਨਾ ਜੀਵਨ ਦੇ ਵਿੱਚ। ਐਸੇ ਸੁਭਾਅ ਦੇ ਨਾਲ ਫਿਰ ਅਸੀਂ ਉਸ ਮਾਲਕ ਦੇ ਅੱਗੇ ਜੋਦੜੀਆਂ ਵੀ ਕਰਨੀਆਂ ਕਿ ਸਾਨੂੰ ਇੱਥੋਂ ਬਚਾਓ। ਇਹ ਜੋ ਵਿਚਾਰ ਅੱਜ ਕੀਤੀ ਹੈ, ਇਹਨੂੰ ਆਪਣੇ ਹਿਰਦੇ ਵਿੱਚ ਇਸ ਤਰੀਕੇ ਨਾਲ ਵਸਾਉਣਾ ਕਿ ਨਾਲ ਅਸੀਂ ਆਪਣੀ ਮਿਹਨਤ ਕਰਨੀ ਹੈ ਅਤੇ ਨਾਲ ਆਪਣੇ ਸੁਭਾਅ ਨੂੰ ਪਰਪੱਕ ਕਰਨਾ ਕਿ ਨਿਮਰਤਾ ਦੇ ਵਿੱਚ, ਪਿਆਰ ਦੇ ਵਿੱਚ ਰਹਿਣਾ। ਸੋ ਇੰਨੀਆਂ ਹੀ ਬੇਨਤੀਆਂ ਸਨ। ਜੇ ਕੋਈ ਬੋਲਦਿਆਂ ਹੋਇਆ ਅੱਖਰਵਾਦ ਦਾ ਘਾਟਾ ਭੁੱਲ ਚੁੱਕ ਹੋ ਗਿਆ ਹੋਵੇ, ਮੈਨੂੰ ਅਣਜਾਣ ਸਮਝ ਕੇ ਮਾਫ਼ ਕਰਨਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।